सत श्री अकाल दोस्तों, मैं तुहाडा अपना दोस्त हनी वालिया शोज़ ਦੇ ਵਿੱਚ ਤੁਹਾਡਾ ਸਵਾਗਤ ਹੈ। ਰੋਜ਼ਾਨਾ ਅਸੀਂ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ। ਹਰ ਮੰਗਲਵਾਰ ਨੂੰ ਸਾਡੇ ਨਾਲ ਨੈਮ ਕੋਲਾਰ ਜੀ ਜੁੜਦੇ ਨੇ। ਇਸ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਜਿਹੜੀ ਹੈਗੀ ਹੈ ਘਰ ਖਰੀਦਣ ਵੇਚਣ ਦੇ ਬਾਰੇ ਵਿੱਚ ਜਾਣਕਾਰੀ ਦੇਣ ਦੇ ਲਈ। ਤਾਂ ਨੈਮ ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤਾਂ ਦੋਸਤੋ, ਨੈਮ ਕੋਲਾਰ ਜੀ ਰਾਇਲੀ ਪੇਜ ਨੂੰ ਰਿਪਰੈਜ਼ੈਂਟ ਕਰਦੇ ਨੇ। ਇਸ ਤੋਂ ਇਲਾਵਾ ਇਹਨਾਂ ਦਾ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ 7802671300 780 267 1300 ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਅੱਜ ਆਪਾਂ ਗੱਲ ਕਰਾਂਗੇ, ਜਿੱਦਾਂ ਅੱਜ ਦਾ ਦੌਰ ਅਸੀਂ ਇਸ ਮਹੀਨੇ ਦੇ ਵਿੱਚ ਅਸੀਂ ਲਿਸਟਿੰਗਸ ਨੂੰ ਲੈ ਕੇ ਕਾਫੀ ਜਿਹੜੀ ਹੈਗੀ ਜਾਣਕਾਰੀ ਦਿੱਤੀ ਹੈ। ਨੈਮ ਭਾਜੀ ਕੋਲੇ ਕੁਝ ਖਾਸ ਇਦਾਂ ਦੀਆਂ ਲਿਸਟਿੰਗਸ ਨੇ ਜਿਨ੍ਹਾਂ ਨੂੰ ਸ਼ਾਇਦ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਅਗਰ ਤੁਸੀਂ ਘਰੇ ਬੈਠੇ ਬਿਠਾਏ, ਕਿਉਂਕਿ ਅੱਜ ਕੱਲ੍ਹ ਥੋੜੇ ਜਿਹੇ ਠੰਡ ਦੇ ਮੌਸਮ ਦੇ ਵਿੱਚ ਘਰੇ ਬੈਠ ਕੇ ਅਸੀਂ ਕੁਛ ਨਾ ਕੁਛ ਕੋਈ ਵੀ ਸਰਚ ਕਰਦੇ ਹਾਂ, ਅਸੀਂ ਸੋਸ਼ਲ ਮੀਡੀਆ ਦੇ ਫੋਨ ਦੇ ਉੱਤੇ ਅਸੀਂ ਕਿਤੇ ਨਾ ਕਿਤੇ ਲੱਗੇ ਰਹਿੰਦੇ ਹਾਂ। ਤਾਂ ਤੁਹਾਨੂੰ ਕੋਈ ਇੰਟਰਸਟਿੰਗ ਲੱਗੀ ਹੈ, ਤੁਹਾਨੂੰ ਲਈ ਇੱਕ ਵਧੀਆ ਜਿਹੜੀ ਹੈਗੀ ਲਿਸਟਿੰਗਸ ਅੱਜ ਨੈਮ ਭਾਜੀ ਤੁਹਾਨੂੰ ਦੱਸਣਗੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਲਿਸਟਿੰਗਸ ਨੇ ਇਹਨਾਂ ਕੋਲੇ, ਲੇਕਿਨ ਕੁਝ ਸਿਲੈਕਟਡ ਜਿਹੀਆਂ ਲਿਸਟਿੰਗਸ ਤੁਹਾਡੇ ਰੂਬਰੂ ਕਰਾਂਗੇ। ਉਸ ਤੋਂ ਇਲਾਵਾ ਕੁਝ ਗੱਲ ਕਰਾਂਗੇ ਆਪਾਂ ਤੁਹਾਡਾ ਜਿਹੜਾ ਹੈਗਾ ਕਿ ਤੁਸੀਂ ਜਿਹੜੀ ਇਨਵੈਸਟਮੈਂਟ, ਸਾਡੇ ਜਿਹੜੇ ਹੈਗੇ ਨੇ ਇਨਵੈਸਟਰਸ ਨੇ, ਉਹ ਕਿਸ ਤਰ੍ਹਾਂ ਦੇ ਨਾਲ, ਚਾਹੇ ਲੌਂਗ ਟਰਮ ਇਨਵੈਸਟਮੈਂਟ ਚਾਹੇ ਸ਼ਾਰਟ ਟਰਮ ਇਨਵੈਸਟਮੈਂਟ, ਉਹ ਕਰਨਾ ਚਾਹੁੰਦੇ ਨੇ ਰੀਅਲ ਸਟੇਟ ਦੇ ਵਿੱਚ। ਕੀ ਆਪਸ਼ਨਸ ਨੇ, ਕਿਸ ਤਰ੍ਹਾਂ ਉਹ ਫਾਇਦਾ ਚੁੱਕ ਸਕਦੇ ਨੇ ਉਹਦੇ ਵਿੱਚ। ਤਾਂ ਸ਼ੁਰੂਆਤ ਨੈਮ ਭਾਜੀ ਤੁਹਾਡੀ ਲਿਸਟਿੰਗਸ ਤੋਂ ਕਰਾਂਗਾ। ਲਿਸਟਿੰਗਸ ਥੋੜੀ ਜਿਹੀ ਆਪਣਾ ਦੱਸੋ, ਕਿਉਂਕਿ ਕੁਝ ਹੁੰਦਾ ਵੀ ਅੱਜ ਕੱਲ੍ਹ ਥੋੜਾ ਜਿਹਾ ਠੰਡ ਦੇ ਮੌਸਮ ਦੇ ਵਿੱਚ ਬਾਰ-ਬਾਰ ਹਨਾ ਸ਼ੋਰ ਹੋਮਾਂ ਦੇ ਵਿੱਚ ਜਾਣਾ, ਬਾਹਰ ਨਿਕਲਣਾ, ਲੋਕ ਜਾਂਦੇ ਨੇ ਜਿਹੜਾ ਇੱਕ, ਲੇਕਿਨ ਘਰੇ ਬੈਠ ਕੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਵੀ ਅਸੀਂ ਕੁਛ ਏਦਾਂ ਦੀ ਚੀਜ਼ ਦੇਖ ਲਈਏ ਵੀ ਤਾਂ ਕਿ ਸਾਨੂੰ 50% ਸ਼ੋਰਟੀ ਹੋ ਜਾਵੇ ਵੀ ਇਹ ਠੀਕ ਹੈ। ਤਾਂ ਲਿਸਟਿੰਗ ਦੇ ਬਾਰੇ ਕੁਝ ਦੱਸੋ ਵੀ ਕੀ ਬੈਸਟ ਕੁਛ ਹੈਗੀਆਂ ਤੁਹਾਡੇ ਕੋਲ ਆਪਸ਼ਨ। ਉਹ ਤੁਹਾਡੀ ਗੱਲ ਦੇ ਵਿੱਚ ਮੈਂ ਹੋਰ ਐਡ ਕਰ ਦਿੰਦਾ। ਅੱਜ ਕੱਲ੍ਹ ਲੋਕੀ ਪ੍ਰੈਫਰ ਕਰਦੇ ਨੇ, ਆਪਣੇ ਕਲਾਇੰਟਸ ਵੀ ਸਾਰੇ ਵੀ ਜਿੰਨੇ ਹੈਗੇ ਨੇ, ਵੀ ਆਪਾਂ ਘਰੋਂ ਹੀ ਜਾਂ ਉਹਨੂੰ ਆਨਲਾਈਨ ਪਹਿਲਾਂ ਸਿਲੈਕਟ ਕਰ ਲਈਏ, ਲਿਮਿਟਡ ਜਾਈਏ ਘਰਾਂ ਦੇ ਵਿੱਚ, ਕਿਉਂਕਿ ਕੋਵਿਡ ਕਰਕੇ ਦੁਬਾਰਾ ਤੁਹਾਨੂੰ ਪਤਾ ਦੁਬਾਰਾ ਫਿਰ ਉਹ ਵੀ ਹੋ ਰਿਹਾ। ਓਪਨ ਹਾਊਸਿਸ ਬਹੁਤ ਘੱਟ ਜਿਵੇਂ ਕਹਿੰਦੇ ਸਕਸੈਸਫੁਲ ਨੇ ਅੱਜ ਕੱਲ੍ਹ, ਕਿਉਂਕਿ ਲੋਕੀ ਨਹੀਂ ਜਾਣਾ ਚਾਹੁੰਦੇ, ਚਾਹੇ ਕਿਸੇ ਦੇ ਘਰੇ ਐਲਡਰਸ ਨੇ ਨਾਲ ਜਾਂ ਕਿਡਸ ਨੇ। ਕੋਸ਼ਿਸ਼ ਕਰੀਏ ਵੀ ਉਸ ਪਰ। ਸੋ ਵਧੀਆ ਗੱਲ ਆ ਵੀ ਇਹ ਆਪਣੇ ਕੋਲ ਪਲੇਟਫਾਰਮ ਹੈ, ਸੋਸ਼ਲ ਮੀਡੀਆ ਹੈ, ਅੱਜ ਕੱਲ੍ਹ ਇਹ ਚੀਜ਼ਾਂ ਅਵੇਲੇਬਲ ਨੇ ਵੀ ਆਪਾਂ ਘਰੋਂ ਆਪਦੇ ਜਿਵੇਂ ਕਹਿੰਦੇ ਵੀ ਪ੍ਰਾਈਵੇਸੀ ਦੇ ਵਿੱਚ ਬਹਿ ਕੇ ਆਰਾਮ ਨਾਲ ਮਾਣ ਸਕਦੇ ਆ, ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਤੇ ਆਪਣੇ ਕੋਲੇ ਦੋ ਬਹੁਤ ਸੋਹਣੀਆਂ ਲਿਸਟਿੰਗਸ ਨੇ, ਦੋਨੇ ਘਰ ਆਲਮੋਸਟ ਰੈਡੀ ਨੇ ਜੀ, ਅੰਡਰ ਕੰਸਟਰਕਸ਼ਨ ਨੇ। ਇੱਕ ਤਾਂ ਘਰ ਹੈਗਾ 2400 ਸਕੁਆਇਰ ਫੀਟ ਜੀ, ਕਾਰਨਰ ਲਾਟ ਤੇ ਆ, ਤੇ ਉਹਦੀ ਸੈਪਰੇਟ ਐਂਟਰੈਂਸ ਆ, ਸਪਾਈਸ ਕਿਚਨ ਆ, ਓਪਨ ਟੂ ਅਬਵ ਪਲਾਨ ਆ ਉਹਦੇ ਵਿੱਚ, ਤੇ ਡਬਲ ਅਟੈਚ ਗਰਾਜ, ਸਿੰਗਲ ਫੈਮਿਲੀ ਘਰ ਆ, ਬਹੁਤ ਸੋਹਣਾ ਪਲਾਨ ਆ। ਉਹ ਆਪਣੇ ਲੌਰਲ ਦੇ ਵਿੱਚ ਆ, ਤੇ ਤੁਸੀਂ ਉਹ ਜੇ ਦੇਖਣਾ ਹੋਵੇ ਤਾਂ ਮੈਨੂੰ ਕੰਟੈਕਟ ਕਰ ਲਿਓ, ਆਪਾਂ ਉਹਦੀ ਵਰਚੁਅਲ ਵਿਊ ਕਰਾ ਲਾਂਗੇ। ਤੇ ਉਹ ਮਹੀਨੇ ਤੱਕ, 1.5 ਮਹੀਨੇ ਤੱਕ ਉਹ ਕੰਪਲੀਟਲੀ ਰੈਡੀ ਹੋ ਜਾਣਾ। ਤੇ ਬ੍ਰਾਂਡ ਨਿਊ ਘਰ ਹੈ, ਬ੍ਰਾਂਡ ਨਿਊ ਘਰ, ਐਗਜ਼ੈਕਟ ਬ੍ਰਾਂਡ ਨਿਊ ਘਰ ਆ। ਤੇ ਉਹਦੇ ਵਿੱਚ ਉੱਪਰ ਬੋਨਸ ਰੂਮ ਆ, 3 ਵਾਸ਼ਰੂਮ ਨੇ, 4 ਬੈਡਰੂਮ ਨੇ। ਤੇ ਉਹ ਜਿਵੇਂ ਕਹਿੰਦੇ ਵੀ ਫੋਨ ਕਰ ਲੈਣ ਜੇ ਕਿਸੇ ਕੋਈ ਇੰਟਰਸਟਡ ਹੋਵੇ ਜਾਂ ਦੇਖਣਾ ਚਾਹੁੰਦੇ ਨੇ, ਆਪਾਂ ਉਹਦੀ ਵਰਚੁਅਲ ਵਿਊ ਕਰਾ ਲਾਂਗੇ। ਤੇ ਇੱਕ ਨਾਲ ਹੀ ਉਹਦੇ ਨਾਲ ਇੱਕ ਹੋਰ ਘਰ ਆਪਣਾ ਬਣ ਰਿਹਾ ਵਾ, ਉਹ ਗ੍ਰੀਨ ਬੈਕਿੰਗ ਸਪੇਸ ਤੇ ਆ, ਤੇ ਉਹਦੀ ਲੀਗਲ ਸਵੀਟ ਨਾਲ ਪਰਮਿਟ ਆਪਾਂ ਬਣਾਉਣੀ ਹੈ, ਲੀਗਲ ਸਵੀਟ ਬੇਸਮੈਂਟ ਬਣਾਉਣੀ ਹੈ 2 ਬੈਡਰੂਮ ਦੀ। ਉਹ ਘਰ ਹੈਗਾ 2600 ਸਕੁਆਇਰ ਫੁੱਟ, ਉਹ ਵੀ ਡਬਲ ਅਟੈਚ ਗਰਾਜ ਆ, ਠੀਕ ਹੈ ਜੀ, 4 ਬੈਡਰੂਮ ਨੇ, ਸਪਾਈਸ ਕਿਚਨ ਆ, ਓਪਨ ਟੂ ਅਬਵ ਪਲਾਨ ਆ ਉਹਦਾ ਵੀ। ਤੇ ਮੇਨ ਫਲੋਰ ਤੇ ਵਾਕ ਥਰੂ ਪੈਂਟਰੀ ਦੇ ਨਾਲ ਸਪਾਈਸ ਕਿਚਨ ਬਣੀ ਹੋਈ ਆ, ਓਪਨ ਟੂ ਅਬਵ ਨਾਲ ਫਾਇਰ ਪਲੇਸ ਵਗੈਰਾ ਲਗਾ ਕੇ, ਖੁੱਲਾ ਡਾਈਨਿੰਗ ਰੂਮ, ਓਪਨ ਟੂ ਅਬਵ ਤੇ ਨਾਲ ਬੋਨਸ ਰੂਮ, ਉੱਪਰ 3 ਬੈਡਰੂਮ, 4 ਵਾਸ਼ਰੂਮ ਤੇ ਲਾਂਡਰੀ ਵੀ ਅਪਸਟੇਅਰਸ ਆ, ਥੱਲੇ 2 ਬੈਡਰੂਮ ਦੀ ਲੀਗਲ ਸਵੀਟ ਬੇਸਮੈਂਟ। ਤੇ ਹਾਂ, ਪ੍ਰੋਪਰ ਲੀਗਲ ਸਵੀਟ ਜਾਨੀ ਐਂਡ ਰੈਂਟਲ ਰੈਡੀ ਟੂ ਗੋ। ਓਕੇ, ਬਣੀ ਹੋਈ ਰੈਡੀ ਟੂ ਗੋ ਆਹੋ ਜੀ। ਹਾਂਜੀ, ਤੇ ਸੋ ਬੇਸਿਕਲੀ ਜਾਨੀ ਲੀਗਲ ਆ, ਰੈਂਟਲ ਆ, ਸੋ ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਸਾਰਾ ਕੁਝ ਸੈਪਰੇਟ ਫਰਨੈਸਿਸ ਲੱਗੇ ਹੋਏ ਨੇ, ਸੈਪਰੇਟ ਐਂਟਰੈਂਸ ਆ, ਸਿਟੀ ਵੱਲੋਂ ਸਾਰੀ ਅਪਰੂਵ ਆ ਉਹ। ਤੇ ਉਹ ਗ੍ਰੀਨ ਸਪੇਸ ਤੇ ਬੈਕ ਕਰਦੀ, ਉਹ ਵੀ ਲੌਰਲ ਦੇ ਵਿੱਚ ਆ, ਉਹ ਵੀ ਘਰ ਮਹੀਨੇ 1.5 ਮਹੀਨੇ ਤੱਕ ਰੈਡੀ ਹੋ ਜਾਣਾ, ਅੰਡਰ ਕੰਸਟਰਕਸ਼ਨ ਆ, ਆਲਮੋਸਟ ਰੈਡੀ ਹੋਈ ਸਮਝੋ। ਉਹ ਇੱਕ ਅੱਧੇ ਦਿਨ ਤੱਕ ਪਾਉਣੀ ਹੈ, ਕੁਛ ਕੁ ਫੋਟੋਆਂ ਪਾ ਕੇ ਉਹਦੀ ਲਿਸਟਿੰਗ ਆਪਾਂ ਰੈਡੀ ਕਰ ਦੇਣੀ ਆ, ਪਾ ਦੇਣੀ ਆ। ਸੋ ਇਦਾਂ ਦੇ ਹੋਰ ਵੀ ਆਪਣੇ ਕੋਲ ਆਪਸ਼ਨਸ ਹੈਗੀਆਂ ਨੇ ਜੇ ਕਿਸੇ ਨੇ ਦੇਖਣਾ ਹੋਵੇ। ਲੇਕਿਨ ਕੈਚੀ ਜਿਹੜੀਆਂ ਆਪਣੀ ਅੱਜ ਕੱਲ ਜੋ ਆਪਾਂ ਕਹਿੰਦੇ ਜੋ ਵਿਕਦਾ ਜੋ ਕੰਮ ਚੱਲਦਾ, ਜਿਹੜੀਆਂ ਹਾਂ ਜੋ 2400 ਤੋਂ 2500 2600 ਸਕੁਆਇਰ ਫੁੱਟ ਵਧੀਆ ਲਿਸਟਿੰਗਸ ਦੀ ਗੱਲ ਕਰੀਏ ਸਰ, ਮਿਲਦੀਆਂ ਨਹੀਂ ਹੈਗੀਆਂ। ਕਈ ਦਫਾ ਲੋਕ ਸਰਚ ਕਰਦੇ ਨੇ, ਉਹ ਦੇਖਦੇ ਨੇ ਵੀ ਉੱਥੇ ਆਫਰਸ ਹੀ ਬੜੀਆਂ ਜ਼ਿਆਦਾ ਆਈਆਂ ਹੁੰਦੀਆਂ ਨੇ, ਉਹ ਮਿਸ ਹੋ ਜਾਂਦੀਆਂ ਨੇ। ਬਿਲਕੁਲ ਹਾਂ। ਸੋ ਇਹ ਹਜੇ ਲਿਸਟਿੰਗ ਹਜੇ ਮਾਰਕੀਟ 'ਚ ਨਹੀਂ ਆਈਆਂ ਹੈਗੀਆਂ, ਇਹ ਆ ਜਾਣੀਆਂ ਨੇ ਮਹੀਨੇ 1.5 ਮਹੀਨੇ ਤੱਕ। ਤੇ ਇੱਕ ਹਜੇ ਨਵੀਂ ਹੁਣ ਲਿਸਟਿੰਗ ਕੀਤੀ, ਮੈਂ ਤੁਹਾਨੂੰ ਉਹਦੀ ਵੀਡੀਓ ਭੇਜਾਂਗਾ, ਬੋਮੰਟ ਵਿੱਚ ਕੀਤੀ ਆ, ਉਹ ਵੀ ਸਿਮਿਲਰ ਪਲਾਨ ਆ। ਤੇ ਉਹ ਇਹ ਜਿਵੇਂ ਕਹਿੰਦੇ ਐਕਸਕਲੂਸਿਵ ਲਿਸਟਿੰਗਸ, ਇਹ ਪਹਿਲੀ ਵਾਰੀ ਮੈਂ ਦੱਸ ਰਿਹਾ। ਤੇ ਹਜੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਕਿਤੇ ਵੀ ਕੋਈ ਐਡ ਨਹੀਂ ਪਾਈ ਹੈਗੀ, ਕੋਈ ਕਿਤੇ ਨਾ ਉੱਥੇ ਸਾਈਨ ਵੀ ਨਹੀਂ ਲੱਗੇ ਹੋਏ। ਤੇ ਉਹ ਬਹੁਤ ਸੋਹਣੇ ਪਲਾਨ ਨੇ ਘਰਾਂ ਦੇ, ਤੇ ਬਹੁਤ ਸੋਹਣੀ ਲੋਕੇਸ਼ਨ ਦੇ ਵਿੱਚ ਨੇ, ਲੌਰਲ ਦੇ ਵਿੱਚ। ਤੇ ਜੇ ਕਿਸੇ ਨੇ ਦੇਖਣਾ, ਆਪਣੇ ਕੋਲੇ ਆਪਾਂ ਆਪਸ਼ਨਸ ਉਹਦੀਆਂ ਹੈਗੀਆਂ, ਤੁਸੀਂ ਕੰਟੈਕਟ ਕਰ ਸਕਦੇ ਹੋ ਤੁਸੀਂ ਨੈਮ ਭਾਜੀ ਨੂੰ, ਕਿਉਂਕਿ ਕੁਝ ਏਦਾਂ ਦੀਆਂ ਲਿਸਟਿੰਗਸ ਹੁੰਦੀਆਂ ਨੇ, ਅਸੀਂ ਪਹਿਲਾਂ ਵੀ ਸੁਣਦੇ ਹਾਂ ਕਿ ਅਸੀਂ ਮਾਰਕੀਟ ਦੇ ਵਿੱਚ ਨਹੀਂ ਆ ਪਾਉਂਦੀਆਂ, ਅਸੀਂ ਸਰਚ ਨਹੀਂ ਕਰ ਪਾਉਂਦੇ, ਅਸੀਂ ਟਰਾਈ ਕਰਦੇ ਹਾਂ। ਦੇਖੋ, ਹਰ ਇੱਕ ਕੋਲੇ ਆਪਣੀਆਂ ਆਪਣੀਆਂ ਆਪਸ਼ਨਸ ਹੁੰਦੀਆਂ ਨੇ,
ਤੇ ਇਸ ਪਲੇਟਫਾਰਮ ਦੇ ਉੱਤੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡੇ ਐਕਸਪਰਟ ਜਿਵੇਂ ਨੈਮ ਭਾਜੀ ਕੋਲੇ ਕੁਝ ਇਦਾਂ ਦੀਆਂ ਖਾਸ ਲਿਸਟਿੰਗਸ ਨੇ ਉਹ ਤੁਹਾਡੇ ਰੂਬਰੂ ਕਰਦੇ ਨੇ, ਤਾਂ ਤੁਸੀਂ ਇਹਨਾਂ ਦਾ ਫੋਨ ਨੰਬਰ ਨੋਟ ਕਰ ਲਓ, ਇਹਨਾਂ ਨੂੰ ਕਾਲ ਕਰ ਸਕਦੇ ਹੋ ਅਗਰ ਤੁਸੀਂ ਲੋਰਲ ਦੇ ਵਿੱਚ ਸਪੈਸ਼ਲੀ ਤੁਸੀਂ ਘਰ ਦੀ ਸਰਚ ਕਰ ਰਹੇ ਹੋ। ਅੱਛਾ ਭਾਜੀ, ਇੱਕ ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਤੁਸੀਂ ਓਪਨ ਟੂ ਅਬਵ ਦੀ ਗੱਲ ਕੀਤੀ, ਅੱਜ ਕੱਲ ਮੈਨੂੰ ਲੱਗਦਾ ਟ੍ਰੈਂਡ ਹੋ ਗਿਆ ਹੋਇਆ ਵੀ ਓਪਨ ਟੂ ਅਬਵ, ਉਹਦੇ ਵਿੱਚ ਜਿਹੜਾ ਏਰੀਆ ਹੁੰਦਾ ਜਿਵੇਂ 2400 ਸਕੁਅਰ ਫੁੱਟ ਦੀ ਗੱਲ ਹੁੰਦੀ ਹੈ, ਉਹਦੇ ਵਿੱਚ ਜੇ ਕਵਰ ਏਰੀਆ ਜਿਵੇਂ ਉੱਪਰ ਖੁੱਲਾ ਹੁੰਦਾ ਤਾਂ ਕੀ ਉਹ ਕਾਊਂਟ ਹੁੰਦਾ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਕੀ ਹੁੰਦਾ ਸੀ ਕਈ ਵਾਰੀ ਜਿਹੜੇ ਰੀਅਲਟਰਸ ਨੂੰ ਜਾਂ ਬਿਲਡਰਸ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀਗੀ, ਉਹ ਵਿੱਚ ਉਸ ਨੂੰ ਕਾਊਂਟ ਕਰ ਲੈਂਦੇ ਸੀ, ਉਹਦੇ ਨਾਲ ਉਹਦੇ ਸਕੁਅਰ ਫੁੱਟ ਦੀ ਏਰੀਆ ਵੱਧ ਜਾਂਦਾ ਸੀ। ਪਰ ਜੋ RMS ਸਟੈਂਡਰਡ ਹੈ ਰੀਅਲ ਸਟੇਟ ਰੀਕਾ ਅਲਬਰਟਾ ਕਾਉਂਸਲ ਦਾ, ਜੋ ਉਹਨਾਂ ਨੇ ਨਵਾਂ ਰੀਅਲ ਰੈਜ਼ੀਡੈਂਸ਼ੀਅਲ ਮੈਜਰਿੰਗ ਸਟੈਂਡਰਡ ਕੱਢਿਆ, ਉਹਦੇ ਵਿੱਚ ਉਹ ਜਿਹੜਾ ਸੈਕੰਡ ਫਲੋਰ ਆ ਓਪਨ ਟੂ ਅਬਵ ਉਹ ਕਾਊਂਟ ਨਹੀਂ ਹੁੰਦਾ। ਸੋ ਜੇ ਤੁਸੀਂ ਹੁਣ ਓਪਨ ਟੂ ਅਬਵ 20 ਫੁੱਟ ਦੀ ਸੀਲਿੰਗ ਆ, ਉਹ ਜਿਹੜਾ ਏਰੀਆ ਸਿਰਫ ਇੱਕ ਵਾਰੀ ਮੇਨ ਫਲੋਰ ਦੇ ਉੱਤੇ ਜਾਂ ਸੈਕੰਡ ਫਲੋਰ ਦੇ ਉੱਤੇ ਜਿੱਧਰੋਂ ਵੀ ਬਣਿਆ ਹੈ, ਉਹ ਇੱਕ ਵਾਰੀ ਜਿੱਥੇ ਤੁਸੀਂ ਖੜ ਸਕਦੇ ਹੋ, ਏਰੀਆ ਨੂੰ ਫੀਲ ਕਰ ਸਕਦੇ ਹੋ, ਉਹੀ ਕਾਊਂਟ ਹੋਣਾ, ਦੁਬਾਰਾ ਨਹੀਂ ਕਰਨਾ। ਜਿੱਥੇ ਤੇ ਸਟੈਪਸ ਹੋ ਜਾਂਦੇ ਨੇ, ਤੇ ਕਈ ਵਾਰੀ ਕੀ ਹੁੰਦਾ ਹੈ ਤੇ ਬਿਲਡਰਸ ਵੀ ਜਾਂ ਜਦੋਂ ਬਲੂਪ੍ਰਿੰਟ ਬਣਦੇ ਨੇ ਜਾਂ ਰੀਅਲਟਰਸ ਵੀ ਜਿਹੜੀ ਆਪਣੀਆਂ ਸਟੇਅਰਸ ਹੁੰਦੀਆਂ ਨੇ ਉਹਨੂੰ ਵੀ 2 ਵਾਰੀ ਮੈਜਰ ਕਰ ਲੈਂਦੇ ਨੇ, ਪਰ ਉਹ ਇੱਕੋ ਵਾਰੀ ਮੈਜਰਸ ਹੋਣੀ ਚਾਹੀਦੀਆਂ, ਕਿਉਂਕਿ ਉਹ ਜਗ੍ਹਾ ਤੁਸੀਂ ਸਿਰਫ ਇੱਕੋ ਵਾਰੀ ਯੂਜ਼ ਕਰ ਸਕਦੇ ਹੋ। ਉਹ ਮੇਨ ਫਲੋਰ ਤੇ ਵੀ ਜੇ ਹੁਣ ਆਪਾਂ ਫਲੈਟ ਬਣਾ ਲੈਂਦੇ ਆ ਤੇ ਸੈਕੰਡ ਫਲੋਰ ਤੇ ਵੀ ਉਹ ਦੁਬਾਰਾ ਡਬਲ ਕਾਊਂਟ ਹੋ ਜਾਂਦੀਆਂ, ਉਹਦੇ ਨਾਲ 30-40 ਸਕੁਅਰ ਫੁੱਟ ਕਈ ਵਾਰੀ ਵੱਧ ਜਾਂਦੇ ਨੇ, ਪਰ ਦੈਟਸ ਨਾਟ, ਉਹ ਸਹੀ ਨਹੀਂ ਹੈਗਾ। ਸੋ ਉਹ ਸਕੁਅਰ ਫੁੱਟ ਕਾਊਂਟ ਨਹੀਂ ਹੁੰਦੇ ਤੇ ਨਾ ਸਟੇਅਰਸ ਦੇ ਡਬਲ ਕਾਊਂਟ ਹੋਣੇ ਨੇ। ਸੋ ਉਸ ਚੀਜ਼ ਦਾ ਧਿਆਨ ਰੱਖਿਆ ਜਾਵੇ। ਪਰ ਹੁਣ ਜਿਹੜਾ ਆਪਾਂ 2400 ਸਕੁਅਰ ਫੁੱਟ ਵਾਲਾ ਘਰ ਪਲਾਨ ਕਰਦੇ ਆ, ਜੇ ਉਹਨੂੰ ਆਪਾਂ ਸੈਕੰਡ ਫਲੋਰ ਅਬਵ ਨਾ ਹੋਵੇ, ਉਹਦੇ ਈਜ਼ਲੀ 300 ਮੰਨ ਲਓ 350 ਸਕੁਅਰ ਫੁੱਟ ਈਜ਼ਲੀ ਵੱਧ ਜਾਣਗੇ। ਸੋ ਘਰ ਤਾਂ ਉਦਾਂ ਦੇਖਣ ਨੂੰ ਤਾਂ ਬਾਹਰੋਂ ਵੱਡਾ ਲੱਗਦਾ ਕਿਉਂਕਿ ਵਾਈਡਰ ਆ, ਚੌੜਾ ਬਣਿਆ ਹੋਇਆ, ਪਰ ਉਹਦੇ ਚ ਸਕੁਅਰ ਫੁੱਟ ਘੱਟ ਨੇ ਕਿਉਂਕਿ ਆਪਾਂ ਉਹਦੇ ਚੋਂ ਇੱਕ ਫਲੋਰ ਚੱਕਦਾ ਓਪਨ ਟੂ ਅਬਵ, ਤੁਹਾਨੂੰ ਖੁੱਲੀ ਫੀਲਿੰਗ ਆਉਂਦੀ ਆ, ਜਿਵੇਂ ਕਹਿ ਦਿੰਦੇ ਨੇ ਬਰੀਥੇਬਲ ਸਪੇਸ, ਉਹ ਬੈਠਣ ਨੂੰ ਵਧੀਆ ਲੱਗਦਾ, ਇੰਜੋਏ ਕਰਦਾ ਕਿਉਂਕਿ ਘੁਟਨ ਮਹਿਸੂਸ ਨਹੀਂ ਹੁੰਦੀ। ਇਹਦੇ ਵੀ ਸਰ ਮੇਜਰਮੈਂਟ ਦੀ ਗੱਲ ਕਰੀਏ ਜਿਹੜੀ ਆਪਾਂ ਹੁਣ ਹੁੰਦੀ ਹੈ ਵੀ 2400 ਸਕੁਅਰ ਫੁੱਟ, 2600, 2000, ਉਹ ਹੁਣ ਇੱਕ ਆਮ ਬੰਦਾ ਹੈ ਨਾ, ਉਹ ਕਿੱਦਾਂ ਚੈੱਕ ਕਰਦਾ ਵੀ ਇਹਦੇ ਕੋਈ ਬਲੂਪ੍ਰਿੰਟਸ ਹੁੰਦੇ ਨੇ ਵੀ ਹਾਂ ਵੀ ਆਹ ਸਕੁਅਰ ਫੁੱਟ ਇੰਨੇ ਨੇ, ਇਹਦਾ ਜਿਹੜਾ ਹੈਗਾ ਮੇਨ ਫਲੋਰ ਇੰਨੇ ਸਕੁਅਰ ਫੁੱਟ ਦਾ ਹੈਗਾ, ਉੱਪਰ ਦਾ ਇੰਨਾ ਫਲੋਰ ਦਾ ਹੈਗਾ, ਉਹ ਕਿੱਦਾਂ ਇੱਕ ਚੈੱਕ ਕਰ ਸਕਦਾ ਇੱਕ ਆਮ ਬੰਦਾ? ਦੇਖੋ ਜਿਹੜੇ ਤੇ ਘਰ ਨਵੇਂ ਬਿਲਡ ਹੁੰਦੇ ਨੇ ਉਹ ਤਾਂ 99% ਬਿਲਡਰ ਕੋਲੇ ਬਲੂਪ੍ਰਿੰਟਸ ਹੁੰਦੇ ਨੇ, ਆਰਕੀਟੈਕਟ ਨੇ ਡਿਜ਼ਾਈਨ ਕੀਤੇ ਨੇ, ਉਹ ਤੇ ਸਕੁਅਰ ਫੁਟੇਜ ਬਾਈ ਆਟੋਕੈਡ ਜਿਹੜੀ ਹੁਣ ਯੂਜ਼ ਕਰਦੇ ਨੇ ਪ੍ਰੋਗਰਾਮ, ਉਹਨੇ ਕੈਲਕੂਲੇਟ ਕੀਤੇ ਹੁੰਦੇ ਨੇ, ਇਜ਼ ਦ ਬੈਸਟ ਮੰਨ ਲਓ ਮੈਜਰਮੈਂਟ ਸਿਸਟਮ ਅਵੇਲੇਬਲ। ਤੇ ਜੇ ਹੁਣ ਉਹਦੇ ਵਿੱਚ ਜੇ ਉਹ ਬਿਲਡਰ ਕੋਲੋਂ ਤੁਹਾਨੂੰ ਮਿਲ ਸਕਦੇ ਨੇ, ਜੇ ਹੁਣ ਤੁਸੀਂ ਲੈਣਾ ਪੁਰਾਣਾ ਘਰ ਥੋੜਾ ਜਿਹਾ 2, 4, 5 ਸਾਲ ਪੁਰਾਣਾ ਜਿਹੜਾ ਬਲੂਪ੍ਰਿੰਟ ਨਹੀਂ ਹੈ, ਸੈਕੰਡ ਹੈਂਡ ਬਾਈਕ ਦਾ, ਉਹ ਕੀ ਹੁੰਦਾ, ਇੱਕ ਕੰਪਨੀਜ਼ ਆਉਂਦੀਆਂ ਨੇ ਆਪਣੇ, ਜਿਵੇਂ ਆਪਾਂ ਇੰਸਪੈਕਸ਼ਨ ਕਰਵਾਈ ਦੀ ਆ ਉਵੇਂ ਉਹਦੀ ਮੈਜਰਮੈਂਟਸ ਹੁੰਦੀਆਂ ਨੇ, ਫੋਟੋਆਂ ਖਿੱਚ ਹੁੰਦੀਆਂ ਨੇ, ਉਹ ਸਪੈਸ਼ਲਾਈਜ਼ਡ ਪੀਪਲ ਨੇ ਜਿਨ੍ਹਾਂ ਨੇ ਇਹ ਮੈਜਰਮੈਂਟ ਮੰਨ ਲਓ ਸਕੂਲਿੰਗ ਕੀਤੀ ਹੋਈ ਆ, ਉਹ ਆ ਕੇ ਘਰ ਨੂੰ ਮੈਜਰ ਕਰਦੇ ਨੇ, ਉਹਦੀ ਮੈਜਰਮੈਂਟਸ ਅਵੇਲੇਬਲ ਹੁੰਦੀਆਂ ਨੇ ਇਨਕਲੂਡਿੰਗ ਦ ਰੂਮਸ ਐਂਡ ਐਵਰੀਥਿੰਗ। ਇੱਕ ਗੱਲ ਹੋਰ ਤੁਹਾਨੂੰ ਦੱਸਦੇ ਆ, ਜਿਹੜੇ ਆਪਾਂ ਹੁਣ ਸਕੁਅਰ ਫੁੱਟ ਦੀ ਗੱਲ ਕਰਦੇ ਆ, ਉਹਦੇ ਚ ਬੇਸਮੈਂਟ ਚਾਹੇ ਬਣੀ ਹੈ ਚਾਹੇ ਲੀਗਲ ਆ, ਡਜ਼ਨਟ ਮੈਟਰ, ਉਹ ਏਰੀਆ ਕਾਊਂਟ ਨਹੀਂ ਹੁੰਦਾ। ਸਿਰਫ ਤੇ ਸਿਰਫ ਅਬਵ ਏਰੀਆ ਜਿਹੜਾ ਅਬਵ ਗਰਾਊਂਡ ਆ ਉਹੀ ਕਾਊਂਟ ਹੁੰਦਾ ਸਕੁਅਰ ਫੁਟੇਜ ਦੇ ਵਿੱਚ। ਬੇਸਮੈਂਟ ਦਾ ਏਰੀਆ ਜਿਵੇਂ ਹੁਣ ਲੀਗਲ ਸਵੀਟ ਬੇਸਮੈਂਟ ਬਣ ਰਹੀ ਆ, ਉਹਦਾ ਏਰੀਆ ਕੰਪਲੀਟਲੀ ਅਲੱਗ ਆ, ਜਿਹੜਾ 2600 ਉੱਪਰ ਬਣ ਰਿਹਾ ਉਹ 2600 ਅਲੱਗ ਆ, ਉਹ ਬੇਸਮੈਂਟ ਡਜ਼ਨਟ ਕਾਊਂਟ, ਉਹਦੇ ਵਿੱਚ ਐਡ ਨਹੀਂ ਹੈਗੀ। ਹਾਂਜੀ। ਦੋਸਤੋ ਘਰਾਂ ਦੇ ਵਿੱਚ ਆਪਾਂ ਕਾਫੀ ਜਿਹੜੀ ਹੈਗੀ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਸਾਡੇ ਮਨ ਦੇ ਵਿੱਚ ਸਵਾਲ ਹੁੰਦੇ ਨੇ, ਤੁਸੀਂ ਇਹਨਾਂ ਇਸ ਹਨੀ ਵਾਲੇ ਸ਼ੋਜ਼ ਦੇ ਉੱਤੇ ਤੁਸੀਂ ਆ ਕੇ ਜਿਹੜੀ ਜਾਣਕਾਰੀ ਲੈ ਸਕਦੇ ਹੋ। ਅੱਛਾ ਭਾਜੀ, ਇੱਕ ਸਪਾਈਸ ਕਿਚਨ ਦੀ ਤੁਸੀਂ ਗੱਲ ਦੱਸੀ ਆ ਵੀ ਸਪਾਈਸ ਕਿਚਨ ਉੱਥੇ ਹੈਗੀ ਹੈ ਨਾ, ਵੀ ਇਹਨਾਂ ਘਰਾਂ ਦੇ ਵਿੱਚ ਸਪਾਈਸ ਕਿਚਨ ਦੇ ਨਾਲ ਕੀ ਘਰ ਦੀ ਕਾਸਟ ਵੱਧ ਜਾਂਦੀ ਹੈ ਜਾਂ ਕਿਉਂਕਿ 2 ਕਿਚਨ ਹੋ ਜਾਂਦੀਆਂ ਨੇ, ਉਹਦੇ ਵਿੱਚ ਕੀ ਐਡ ਆਨ ਹੋ ਜਾਂਦਾ? ਸਪਾਈਸ ਕਿਚਨ ਦਾ ਜਿਹੜਾ ਹੈਗਾ, ਚਲੋ ਪਤਾ ਹੈ ਵੀ ਇੱਕ ਸਪਾਈਸ ਕਿਚਨ ਨਾਮ ਤੋਂ ਹੀ ਲੱਗਦਾ ਵੀ ਜਿੱਥੇ ਅਸੀਂ ਤੜਕੇ ਲਾਣੇ ਆ, ਸਾਡੇ ਕਲਚਰ ਦੇ ਵਿੱਚ ਹੈਗਾ ਵੀ ਅਸੀਂ ਸਪਾਈਸੀ ਫੂਡ ਖਾਣੇ, ਅਸੀਂ ਬਣਾਉਂਦੇ ਆ, ਤਾਂ ਉਹਦੇ ਨਾਲ ਕਾਸਟ ਦਾ ਕਿੰਨਾ ਕੁ ਇਫੈਕਟ ਪੈਂਦਾ? ਸਪਾਈਸ ਕਿਚਨ ਤਾਂ ਟਰਮ ਹੁਣ ਆਈ ਹੈ, ਜਿਵੇਂ ਆਪਾਂ ਕਹਿੰਦੇ, ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਵੀ ਲੂਸਲੀ ਹੋ ਜਾਂਦੀ ਹੈ। ਜੇ ਵੱਡੇ ਘਰ ਦੇਖੀਏ, ਕਸਟਮ ਘਰ ਦੇਖੀਏ, ਉਹਨਾਂ ਦੇ ਵਿੱਚ ਉਹਨੂੰ ਕਹਿੰਦੇ ਬਟਲਰਸ ਕਿਚਨ ਜਾਂ ਸ਼ੈਫਸ ਕਿਚਨ, ਕਿਉਂਕਿ ਉਹ ਵੀ ਹੁੰਦੀਆਂ ਸੀ, ਹੈਗੀਆਂ ਨੇ ਵੱਡੇ ਘਰਾਂ ਦੇ ਵਿੱਚ, ਤੇ ਉਹ ਹੁਣ ਆਪਾਂ ਥੋੜਾ ਜਿਹਾ ਇਹਨੂੰ ਇੰਡੀਅਨ ਟੱਚ ਦਿੱਤਾ, ਆਪਾਂ ਇਹਨੂੰ ਸਪਾਈਸ ਕਿਚਨ ਕਹਿਣ ਲੱਗ ਗਏ। ਸਪਾਈਸ ਕਿਚਨ ਦੇ ਸਾਈਜ਼ ਤੇ ਡਿਪੈਂਡ ਕਰਦਾ ਉਹਦੀ ਕਾਸਟ ਕਿੰਨੀ ਵਧਣੀ ਹੈ। ਜੇ ਤੁਸੀਂ ਸਟੋਵ ਲਾ ਕੇ ਤੇ ਤੁਸੀਂ ਹੁੱਡ ਫੈਨ ਲਾਤਾ ਸਿਰਫ ਉਹਦੇ ਸਟੋਵ ਦੀ ਤੇ ਕੈਬਨਿਟਸ ਦੀ ਤੇ ਕਾਊਂਟਰ ਟਾਪ ਦੀ, ਪਰ ਹੁਣ ਉਹਦੇ 'ਚ ਜੇ ਆਪਾਂ ਡਿਸ਼ ਵਾਸ਼ਰ ਲਈ ਵੀ ਜਗ੍ਹਾ ਬਣੀ ਹੋਈ ਆ, ਜਾਂ ਉਹਦੇ 'ਚ ਆਪਾਂ ਸੈਕੰਡ ਸਿੰਕ ਐਡ ਕਰਤਾ ਹੋਇਆ, ਜਾਂ ਕੋਈ ਹੋਰ ਉਹਦੇ 'ਚ ਕੋਈ ਚੀਜ਼ ਮੰਨ ਲਓ ਸੈਕੰਡ ਫ੍ਰਿਜ ਐਡ ਕਰਤੀ ਹੋਈ ਹੈ ਜਾਂ ਪੈਂਟਰੀ ਐਡ ਕਰਦੀ ਹੈ, ਉਹ ਡਿਪੈਂਡ ਕਰਦਾ ਵੀ ਉਹਦਾ ਸਾਈਜ਼ ਕੀ ਹੈਗਾ। ਸੋ ਐਬਸੋਲੂਟਲੀ ਉਹਦੀ ਕਾਸਟ 5, 7, 10,000 ਡਾਲਰ ਵੱਧ ਜਾਂਦੀ ਹੈ। ਮਿਨੀਮਮ ਤੁਹਾਨੂੰ ਇੱਕ ਸਪਾਈਸ ਕਿਚਨ 5,000 ਡਾਲਰ ਦੀ ਸਟੋਵ ਲਾਤਾ, ਹੁੱਡ ਫੈਨ ਲਾਤਾ, ਥੋੜੇ ਜਿਹੇ ਕਾਊਂਟਰ ਟਾਪ ਸਪੇਸ ਲਾਤੇ, ਇੰਨੀ ਕੁ ਮਿਨੀਮਮ ਤੁਹਾਡੀ ਕਾਸਟ ਆ ਜਾਣੀ ਹੈ। ਹੁਣ ਉਹ 'ਚ ਆਪਾਂ ਜੇ ਸਿੰਕ ਐਡ ਕਰਤਾ, ਉਹਦੇ 'ਚ ਆਪਾਂ ਡਿਸ਼ ਵਾਸ਼ਰ ਐਡ ਕਰਤੀ, ਫ੍ਰਿਜ ਲਈ ਜਗ੍ਹਾ ਐਡ ਕਰਤੀ, ਥੋੜੀ ਜਿਹੀ ਵੱਡੀ ਹੋ ਗਈ, ਕੈਬਨਿਟਸ ਜ਼ਿਆਦਾ ਨੇ, ਕਾਊਂਟਰ ਸਪੇਸ ਜ਼ਿਆਦਾ ਵਾ, ਉਹਦੇ 'ਚ ਪਲੰਬਿੰਗ ਹੋਣੀ ਆ, ਐਗਜ਼ੌਸਟ ਲੱਗਣਾ, ਉਹ ਫਿਰ ਤੁਹਾਡੀ ਮੰਨ ਲਓ 7-8,000 ਡਾਲਰ, ਤੇ ਜੇ ਹੁਣ ਹੋਰ ਚੀਜ਼ਾਂ ਉਹ 'ਚ ਐਡ ਕਰਦੇ ਹੋ 10-12,000 ਡਾਲਰ ਤੱਕ ਸਪਾਈਸ ਕਿਚਨ ਦੀ ਕਾਸਟ ਐਬਸੋਲੂਟਲੀ ਵੱਧ ਜਾਂਦੀ ਹੈ। ਬਟ
ਉਹ ਬੇਸਿਕਲੀ ਉਹ ਜਦੋਂ ਤੁਸੀਂ ਸਪਾਈਸ ਕਿਚਨ ਕਹਿੰਦਾ ਤੁਹਾਨੂੰ ਪਤਾ ਵੀ ਉਸ ਘਰ ਦੀ ਪ੍ਰਾਈਸ ਵਧਣੀ ਹੀ ਵਧਣੀ ਹੈ ਜੀ ਬਿਲਕੁਲ ਇਹ ਚੀਜ਼ ਦੀ ਤਾਂ ਹੈ ਕਿਉਂਕਿ ਸਾਡੀ ਜਿਹੜੀ ਅਸੀਂ ਆਪਣੀ ਲੋੜ ਦੇ ਮੁਤਾਬਿਕ ਅਸੀਂ ਜਿਹੜਾ ਆਪਣਾ ਘਰ ਲੈਂਦੇ ਆ ਅਸੀਂ ਕੋਈ ਨਾ ਕੋਈ ਸਾਡਾ ਜਿਹੜਾ ਹੈਗਾ ਮਕਸਦ ਹੁੰਦਾ ਵੀ ਅਸੀਂ ਇਸ ਪੁਆਇੰਟ ਇਹ ਸਾਡੀ ਜ਼ਿਆਦਾ ਜ਼ਰੂਰਤ ਨਹੀਂ ਹਰ ਇੱਕ ਬੰਦੇ ਦੀ ਆਪਣੀ ਜ਼ਰੂਰਤ ਹੁੰਦੀ ਹੈ ਉਹਦੇ ਮੁਤਾਬਿਕ ਉਹਦੀ ਘਰ ਉਹਦੀ ਪ੍ਰਾਪਰਟੀ ਉਹ ਬਣਾਉਂਦਾ ਇਸ ਕਰਕੇ ਤੁਸੀਂ ਅਗਰ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਆਪਣਾ ਘਰ ਖਰੀਦਣ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਤੁਸੀਂ ਨੈਮ ਕੁਲਾਰ ਜੀ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਹੈਲਪਲਾਈਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾਰੀ ਹੈ 780 267 1300 ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਅੱਛਾ ਭਾਜੀ ਇੱਕ ਤੁਹਾਡਾ ਅਗਰ ਤੁਹਾਡੀ ਡੀਲਸ ਦੀ ਗੱਲ ਕਰੀਏ ਤੁਸੀਂ ਹਰ ਇੱਕ ਜਗ੍ਹਾ ਅਗਰ ਆਪਾਂ ਸਾਊਥ ਸਾਈਡ ਦੀ ਗੱਲ ਕਰੀਏ ਕਿੱਥੇ ਕਿੱਥੇ ਮੇਜਰ ਤੁਹਾਨੂੰ ਤੁਸੀਂ ਬਿਜ਼ਨਸ ਲਾਈਕ ਕਰਦੇ ਹੋ ਆਪਣਾ ਲਾਈਕ ਤੁਸੀਂ ਜਿਹੜੀ ਡੀਲਸ ਜਿਹੜੀਆਂ ਹੈਗੇ ਨੇ ਕਰੈਕ ਕਰਦੇ ਹੋ ਜ਼ਿਆਦਾਤਰ ਤਾਂ ਸਾਊਥ ਐਡਮਿੰਟਨ ਦੇ ਵਿੱਚ ਹੈ ਸਾਊਥ ਵੈਸਟ ਸਾਊਥ ਈਸਟ ਦੇ ਵਿੱਚ ਹੋ ਗਏ ਕਿਉਂਕਿ ਆਪਣੀ ਕਮਿਊਨਿਟੀ ਇੱਥੇ ਜ਼ਿਆਦਾ ਹੈ ਆਪਣੇ ਬਿਲਡਰਸ ਇੱਥੇ ਜ਼ਿਆਦਾ ਨੇ ਉਹਨਾਂ ਦਾ ਕੰਟੈਕਟਸ ਜ਼ਿਆਦਾ ਮੈਂ ਹੁਣ ਮੈਂ ਇੱਥੇ ਗਰੋ ਅਪ ਹੋਇਆ ਸੋ ਮੇਰੇ ਕੰਟੈਕਟਸ ਇੱਥੇ ਸਾਊਥ ਸਾਈਡ 'ਚ ਜ਼ਿਆਦਾ ਨੇ ਪਰ ਕੰਮ ਆਪਾਂ ਸਾਰੇ ਕਿਤੇ ਹੀ ਕਰ ਰਹੇ ਹਾਂ ਹੁਣ ਬੋਮਾਰਟ ਦੇ ਵਿੱਚ ਚਲੋ ਮੇਰੇ ਨਾਲ ਉੱਥੇ ਕੰਟੈਕਟਸ ਨੇ ਉੱਥੇ ਘਰ ਬਿਲਡਰਸ ਨਾਲ ਆਪਣਾ ਕੰਟੈਕਟ ਹੈਗਾ ਵਾ ਤੇ ਹੁਣ ਮੰਨ ਲਓ ਦੁਨੀਆ ਛੋਟੀ ਹੁੰਦੀ ਜਾਂਦੀ ਆ ਪਰ ਜ਼ਿਆਦਾਤਰ ਮੈਂ ਕੰਮ ਜੇ ਆਪਾਂ ਕਹੀਏ ਜਾਂ ਆਪਾਂ ਕਹੀਏ ਡੀਲਸ ਜ਼ਿਆਦਾ ਕਰਦੇ ਆ ਉਹ ਆਪਣੀਆਂ ਸਾਊਥ ਸਾਈਡ ਦੇ ਵਿੱਚ ਨੇ ਸਾਊਥ ਈਸਟ ਦੇ ਵਿੱਚ ਤੇ ਸਾਊਥ ਵੈਸਟ ਦੇ ਵਿੱਚ ਤੇ ਪਰ ਉਦਾਂ ਕੰਮ ਆਪਾਂ ਆਲ ਓਵਰ ਐਡਮਿੰਟਨ ਫੋਰਟ ਸੈਸਕੈਚੁਅਨ ਬੋਮਾਰਟ ਸ਼ੇਰਵੁੱਡ ਪਾਰਕ ਸਾਰੇ ਕਿਤੇ ਕਰਦੇ ਹਾਂ ਜੀ ਬਿਲਕੁਲ ਤਾਂ ਇਹਦੇ ਵਿੱਚ ਆਪਾਂ ਹੁਣ ਗੱਲ ਕਰਨ ਲੱਗੇ ਸਾਰੇ ਇਨਵੈਸਟਰਸ ਦੀ ਸਾਡੇ ਕੋਲੇ ਕੁਝ ਕੁਐਰੀ ਸੀਗੀਆਂ ਇਨਵੈਸਟਰਸ ਦੀਆਂ ਜਿਹੜੇ ਕਿ ਇਨਵੈਸਟਮੈਂਟ ਕਰਨ ਦੇ ਤੌਰ ਤੇ ਅੱਜਕੱਲ ਹੁਣ ਇਨਵੈਸਟਰ ਵੀ ਇੱਥੇ ਕਈ ਤਰ੍ਹਾਂ ਦੇ ਨੇ ਤੁਸੀਂ ਫੇਸ ਕਰਦੇ ਹੋਵੋਗੇ ਕਿ ਇਨਵੈਸਟਰਸ ਦੀ ਤੁਹਾਨੂੰ ਲੱਗਦਾ ਵੀ ਕਿਸ ਤਰ੍ਹਾਂ ਦੇ ਲੋਕ ਜਿਹੜੇ ਆਉਂਦੇ ਨੇ ਕਿਸ ਟਾਈਪ ਦੀ ਇਨਵੈਸਟਮੈਂਟ ਅਗਰ ਰੀਅਲ ਸਟੇਟ ਦੇ ਵਿੱਚ ਕਰਨਾ ਚਾਹੁੰਦੇ ਨੇ ਕੀ ਆਪਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਖਾਸ ਕਰਕੇ ਐਡਮਿੰਟਨ ਦੇ ਵਿੱਚ ਆਪਸ਼ਨ ਤਾਂ ਸਾਰੇ ਕਿਤੇ ਹੁੰਦੀਆਂ ਨੇ ਜੀ ਚਾਹੇ ਕੋਈ ਵੀ ਸ਼ਹਿਰ ਹੋਵੇ ਬੈਸਟ ਤੇ ਕੋਈ ਆਪਸ਼ਨ ਤਾਂ ਇਹ ਹੁੰਦੀ ਆ ਵੀ ਤੁਸੀਂ ਕੋਈ ਘਰ ਲੱਭੋ ਪੁਰਾਣਾ ਸਹੀ ਪ੍ਰਾਈਸ ਤੇ ਤੁਹਾਨੂੰ ਮਿਲ ਜੇ ਉਹ ਤੇ ਟਾਈਮ ਤੇ ਮਨੀ ਇਨਵੈਸਟ ਕਰੋ ਇਨ ਟਰਮਸ ਆਫ ਵੀ ਤੁਸੀਂ ਉਹਨੂੰ ਰੈਨੋਵੇਟ ਕਰਤਾ ਉਹਨੂੰ ਅਪਡੇਟ ਕਰਤਾ ਜਾਂ ਉਹਦੇ ਚ ਸੈਪਰੇਟ ਇੰਟਰਸਟ ਕੱਟਦੀ ਉਹਦੀ ਬੇਸਮੈਂਟ ਫਿਨਿਸ਼ ਕਰਤੀ ਜਾਂ ਉਹਦੀਆਂ ਸ਼ਿੰਗਲਸ ਚੇਂਜ ਹੋਣ ਵਾਲੀਆਂ ਨੇ ਵਟ ਐਵਰ ਇਟ ਇਜ਼ ਇੰਟੀਰੀਅਰ ਹੁਣ 20 ਸਾਲ 30 ਸਾਲ ਪੁਰਾਣਾ ਘਰ ਆ ਉਹਦੀਆਂ ਵਿੰਡੋਜ਼ ਚੇਂਜ ਹੋਣ ਵਾਲੀਆਂ ਨੇ ਉਹਦੀ ਸਾਈਡਿੰਗ ਨੂੰ ਫਿਕਸ ਅਪ ਕਰਨ ਵਾਲਾ ਜਾਂ ਉਹਦਾ ਕੰਕਰੀਟ ਫਿਕਸ ਅਪ ਹੋਣ ਵਾਲਾ ਬਾਹਰੋਂ ਉਹ ਚੀਜ਼ਾਂ ਨੂੰ ਤੁਸੀਂ ਫਿਕਸ ਅਪ ਕਰਕੇ ਸਹੀ ਪ੍ਰਾਈਸ ਤੇ ਤੁਹਾਨੂੰ ਪ੍ਰਾਪਰਟੀ ਲੈ ਕੇ ਇਨਵੈਸਟਰਸ ਲੈ ਲੈਂਦੇ ਨੇ ਮਿਲ ਜਾਂਦੀਆਂ ਨੇ ਜਿਹੜੀ ਮੰਨ ਲਓ ਕੈਸ਼ ਫਲੋ ਉਹਨਾਂ ਕੋਲ ਹੈਗਾ ਬਾਏ ਕਰਕੇ ਉਹਨੂੰ ਮੰਨ ਲਓ ਜਿਵੇਂ ਕਹਿੰਦੇ ਫਰਵਿਸ਼ ਕਰਕੇ ਜਿਵੇਂ ਆਪਾਂ ਕਹਿੰਦੇ ਰੀਫਰਵਿਸ਼ ਕਰਤਾ ਸਾਰਾ ਕੁਝ ਰੀਫਰਵਿਸ਼ ਕਰਕੇ ਨਵੇਂ ਅਪਲਾਈਐਂਸਸ ਲਾ ਕੇ ਨਵੀਂ ਕਿਚਨ ਲਾ ਕੇ ਉਸ ਚੀਜ਼ ਨੂੰ ਤੁਸੀਂ ਦੁਬਾਰਾ ਸੈਲ ਕਰ ਸਕਦੇ ਹੋ ਉਹ ਦੈਟਸ ਦ ਈਜ਼ੀਐਸਟ ਕੁਇਕ ਇਨਵੈਸਟਮੈਂਟ ਪ੍ਰਾਪਰਟੀ ਇਨ ਰੀਅਲ ਸਟੇਟ ਜਿਹੜੀ ਆਪਾਂ ਕਰ ਸਕਦੇ ਹਾਂ ਰਾਈਟ ਦੂਜੀ ਹੁੰਦੀ ਹੈ ਪ੍ਰਾਪਰਟੀਜ਼ ਆਪਾਂ ਜੇ ਚਾਹੇ ਇਨਵੈਸਟ ਕਰਨੀਆਂ ਨੇ ਚਾਹੇ ਕੋਈ ਵੀ ਆਪਾਂ ਕੋਈ ਲੌਂਗ ਟਰਮ ਪ੍ਰਾਪਰਟੀ ਲੈ ਲਈਏ ਕੋਈ ਜਾਂ ਕੋਈ ਆਪਾਂ ਸ਼ਾਰਟ ਟਰਮ ਦੇ ਵਿੱਚ ਆਪਾਂ ਹੁਣ ਪ੍ਰਾਪਰਟੀ ਲੈ ਲਈ ਤੇ ਉਹਨੂੰ ਫਲਿੱਪ ਕਰਤਾ ਕਿਉਂਕਿ ਅੱਜ ਆਪਾਂ ਨੂੰ ਵਧੀਆ ਰੇਟ ਤੇ ਮਿਲ ਗਈ ਆਪਾਂ ਹੋਰ ਕੁਝ ਨਹੀਂ ਕੀਤਾ ਸਿਰਫ ਉਹਨੂੰ ਬਾਏ ਕਰਕੇ ਹੋਲਡ ਕਰ ਲਿਆ ਚਾਹੇ ਉਹ ਫੋਰਕਲੋਜ਼ਰ ਸੀ ਜਾਂ ਵਟ ਐਵਰ ਕੋਈ ਰੀਜ਼ਨ ਸੀਗਾ ਵਿਕਣ ਦਾ ਤੇ ਆਪਾਂ ਉਹਨੂੰ ਲੈ ਕੇ ਹੋਲਡ ਕਰਕੇ ਉਹਨੂੰ ਸੈਲ ਕਰਤਾ ਦੂਜਾ ਇਹ ਹੁੰਦਾ ਵੀ ਆਪਾਂ ਪੁਰਾਣਾ ਘਰ ਲੈ ਲਿਆ ਇਨਫਿਲਸ ਆ ਜਾਂਦੀਆਂ ਨੇ ਉਹਦੇ 'ਚ ਆਪਾਂ ਪੁਰਾਣਾ ਘਰ ਢਾ ਕੇ 2 ਘਰ ਬਣਾ ਕੇ ਵੇਚਦੇ ਜਾਂ ਐਜ਼ ਅ ਬਿਲਡਰ ਤੁਸੀਂ ਲੋਟ ਲੈ ਲਈ ਉਹਨੂੰ ਘਰ ਨੂੰ ਬਿਲਡ ਕੀਤਾ ਤੇ ਉਹਨੂੰ ਸੇਲ ਕਰਤਾ ਉਹ ਸ਼ੋਰਟ ਟਰਮ ਵਿਦਿਨ 4 5 6 months ਮੇਬੀ 8 months ਈਅਰ ਠੀਕ ਆ ਉਹ ਸ਼ੋਰਟ ਟਰਮ ਹੋ ਜਾਂਦੀਆਂ ਨੇ ਉਹਦਾ ਟਾਈਮ ਆਪਾਂ ਕਹਿ ਦਿੰਦੇ ਵੀ ਈਅਰ 2 ਤੋਂ 3 ਸਾਲ ਦੇ ਵਿੱਚ ਜਿਹੜੀ ਉਹ ਸ਼ੋਰਟ ਟਰਮ ਹੋ ਜਾਂਦੀ ਲੌਂਗ ਟਰਮ ਕੀ ਹੈ ਜੀ ਹੁਣ ਆਪਾਂ ਪ੍ਰਾਪਰਟੀ ਲੈ ਲਈਆਂ ਉਹਨੂੰ ਹੋਲਡ ਕਰਨਾ ਹੈ ਚਾਹੇ ਆਪਾਂ ਉਹ ਘਰ ਬਾਏ ਕਰ ਲਿਆ ਉਹਨੂੰ ਰੈਂਟਲ ਪ੍ਰਾਪਰਟੀ ਬਣਾਉਣਾ ਹੈ ਆਪਾਂ ਉੱਪਰੋਂ ਵੀ ਰੈਂਟ ਕਰ ਰਹੇ ਹਾਂ ਬੇਸਮੈਂਟ ਵੀ ਰੈਂਟ ਕਰ ਰਹੇ ਹਾਂ ਜਾਂ ਆਪਾਂ ਅਪਾਰਟਮੈਂਟ ਯੂਨਿਟਸ ਲੈ ਲਏ ਜਾਂ ਆਪਾਂ ਪੁਰਾਣੀ ਮੰਨ ਲਓ ਏਰੀਆ ਸੀਗਾ ਇਨਫਿਲ ਬਣਾ ਕੇ ਉਹਦੇ 'ਚ ਆਪਾਂ ਡੂਪਲੈਕਸਸ ਬਣਾਤੇ ਜਾਂ 4 ਪਲੈਕਸਸ ਬਣਾਤੇ ਜਾਂ ਅਪਾਰਟਮੈਂਟ ਬਿਲਡਿੰਗ ਬਣਾਤੀ ਉਹ ਆਪਾਂ ਨੂੰ ਹੋਲਡ ਕਰ ਲੈਣਾ ਵਧੀਆ ਰੇਟ ਤੇ ਲੈ ਕੇ ਬਣਾ ਕੇ ਉਹਨੂੰ ਰੈਂਟਲ ਕਰ ਦੇਣਾ ਉਹਨੂੰ ਐਜ਼ ਅ ਰੈਂਟਲ ਯੂਨਿਟ ਵੇਚ ਦਿਓ 5 7 10 ਸਾਲਾਂ ਬਾਅਦ ਜਾਂ ਉਹਨੂੰ ਰੱਖੋ ਐਜ਼ ਉਹਨੇ ਇਨਵੈਸਟਮੈਂਟ ਪ੍ਰਾਪਰਟੀ ਨੇ ਪੇ ਆਫ ਹੋ ਜਾਣਾ ਤੁਹਾਨੂੰ ਕੈਸ਼ ਫਲੋ ਆਉਣ ਲੱਗ ਜਾਂਦਾ ਸੋ 2 ਤਰ੍ਹਾਂ ਦੀ ਇਨਵੈਸਟਮੈਂਟਸ ਹੁੰਦੀ ਹੈ ਬੇਸਿਕਲੀ ਇੱਕ ਤੁਹਾਡੀ ਸ਼ੋਰਟ ਟਰਮ ਹੋ ਗਈ ਇੱਕ ਲੌਂਗ ਟਰਮ ਹੋ ਗਈ ਜਿੱਥੇ ਤੁਸੀਂ ਪ੍ਰਾਪਰਟੀ ਨੂੰ ਹੋਲਡ ਕਰਦੇ ਹੋ ਜਾਂ ਉਹਨੂੰ ਇਨਵੈਸਟ ਕਰਕੇ 4 ਪਲੈਕਸਸ ਬਣਾ ਲਏ ਜਾਂ ਅਪਾਰਟਮੈਂਟਸ ਬਣਾ ਲਈਆਂ ਉਹਨੂੰ ਰੈਂਟਲ ਬਣਾ ਕੇ ਤੁਸੀਂ ਇਵੈਂਚੁਅਲੀ ਕਿਸੇ ਕੰਪਨੀ ਨੂੰ ਵੇਚ ਦਿਓ ਜਾਂ ਕੋਈ ਵੀ ਪ੍ਰਾਈਵੇਟ ਇਨਵੈਸਟਰ ਨੂੰ ਰਾਈਟ ਹਾਂਜੀ ਬਿਲਕੁਲ ਤਾਂ ਦੋਸਤੋ ਇਨਵੈਸਟਮੈਂਟ ਦੀ ਜਿਹੜੀ ਗੱਲ ਹੁੰਦੀ ਹੈ ਨਾ ਇਨਵੈਸਟਮੈਂਟ ਅਸੀਂ ਬੜੀ ਸੋਚ ਸਮਝ ਕੇ ਕਰਨੀ ਹੁੰਦੀ ਆ ਉਹਦੇ ਲਈ ਇੱਕ ਰੀਅਲਟਰ ਜਿਹੜਾ ਹੈਗਾ ਅਗਰ ਤੁਸੀਂ ਪ੍ਰਾਪਰਟੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਅਸੀਂ ਬਾਰ-ਬਾਰ ਇਹੀ ਕਹਿੰਦੇ ਆ ਕਿ ਕਿਤੇ ਨਾ ਕਿਤੇ ਰੀਅਲਟਰ ਦੀ ਜਿਹੜੀ ਹੈਗੀ ਆ ਹੋਂਦ ਉਹਦੀ ਪ੍ਰੈਜ਼ੈਂਸ ਹੈਗੀ ਆ ਜਿਹੜੀ ਸਾਨੂੰ ਕਿਤੇ ਨਾ ਕਿਤੇ ਫਾਇਦਾ ਜ਼ਰੂਰ ਦੇ ਕੇ ਜਾਂਦੀ ਹੈ ਹਰ ਇੱਕ ਬੰਦੇ ਦਾ ਆਪਣਾ ਐਕਸਪੀਰੀਅੰਸ ਹੁੰਦਾ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੁੰਦਾ ਤੁਸੀਂ ਰੀਅਲਟਰ ਤੋਂ ਬੇਝਿਜਕ ਹੋ ਕੇ ਪੁੱਛ ਸਕਦੇ ਹੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਜਿਹੜੇ ਸਵਾਲ ਜਿਹੜੇ ਪੁੱਛੇ ਜਾਂਦੇ ਨੇ ਉਹਨਾਂ ਨੂੰ ਅਸੀਂ ਕਲੀਅਰ ਕਰ ਸਕੀਏ ਜਿੰਨੇ ਵੀ ਸਾਡੇ ਅਲਬਰਟਾ ਦੇ ਸਾਡੇ ਵਿਊਅਰ ਸਾਨੂੰ ਦੇਖਦੇ ਨੇ ਅਸੀਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਤਾਂ ਦੋਸਤੋ ਕਿਸੇ ਵੀ ਤਰ੍ਹਾਂ ਦੀ ਅਗਰ ਤੁਸੀਂ ਘਰ ਖਰੀਦਣ ਵੇਚਣ ਦੇ ਬਾਰੇ ਵਿੱਚ ਜਿੱਦਾਂ ਇਹਨਾਂ ਨੇ ਅੱਜ ਨੈਮ ਜੀ ਨੇ ਦੱਸਿਆ ਕਿ ਤੁਹਾਨੂੰ ਕੁਝ ਖਾਸ ਲਿਸਟਿੰਗਸ ਦੇ ਬਾਰੇ ਵਿੱਚ ਇਸ ਤੋਂ ਇਲਾਵਾ ਵੀ ਹੋਰ ਕਾਫੀ ਲਿਸਟਿੰਗਸ ਨੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਹੈਲਪਲਾਈਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾਰੀ ਹੈ 7802671300 ਅੱਛਾ ਭਾਜੀ ਹੁਣ ਜੇਕਰ ਆਪਾਂ ਗੱਲ ਕਰੀਏ ਹੁਣ ਜਿਹੜਾ ਅਕਤੂਬਰ ਦਾ ਜਿਹੜਾ ਹੈਗਾ ਮੰਥ ਸਪਟੰਬਰ ਜਾਂ ਜੁਲਾਈ ਦੀ ਗੱਲ ਕਰੀਏ ਜੁਲਾਈ ਅਗਸਤ ਸਪਟੰਬਰ ਦੇ ਵਿੱਚ ਬਹੁਤ ਜ਼ਿਆਦਾ ਸਪੀਡ ਸੀਗੀ ਹਾਂ ਤੇ ਹੁਣ ਜਿਹੜਾ ਹੈਗਾ ਅਕਤੂਬਰ ਕਿੱਦਾਂ ਦਾ ਜਾ ਰਿਹਾ ਕੀ ਮਤਲਬ ਕਿ ਲਾਸਟ ਡੇਟਸ ਨੇ ਕੀ ਓਵਰਆਲ ਤੁਹਾਨੂੰ ਲੱਗਿਆ ਹੈਗਾ ਇਹਦਾ ਬਿਜ਼ੀ ਜਾ ਰਿਹਾ ਹਜੇ ਵੀ
ਠੰਡ ਜ਼ਰੂਰ ਹੋ ਗਈ ਹੈ, ਥੋੜਾ ਜਿਹਾ ਫੈਕਟਰ ਹੋ ਗਿਆ, ਪਰ ਨਾਟ ਐਸ ਮਚ। ਸਪਟੈਂਬਰ ਵਾਲਾ ਜਿਵੇਂ ਕਹਿੰਦੇ ਵੀ ਜੋ ਨੰਬਰ ਸੀਗੇ ਉਹ ਤਾਂ ਨਹੀਂ ਓਬਵੀਅਸਲੀ ਹੋਣੇ, ਪਰ ਸਟਿਲ ਸਟਰੋਂਗ ਮਾਰਕੀਟ ਹਜੇ ਵੀ ਸਟਰੋਂਗ ਹੈ ਐਡਮਿੰਟਨ ਦੀ। ਮੇਰੇ ਕੋਲ ਕੈਲਗਰੀ ਦੇ ਨੰਬਰ ਨਹੀਂ ਹੈਗੇ, ਪਰ ਓਵਰਆਲ ਅਲਬਰਟਾ ਦੇ ਵਿੱਚ ਐਡਮਿੰਟਨ ਇਜ਼ ਸਟਿਲ ਬਿਜ਼ੀ। ਮੈਂ ਖੁਦ ਬਿਜ਼ੀ ਰਿਹਾ। ਅਕਤੂਬਰ ਇਜ਼ ਗੋਇੰਗ ਟੂ ਹੈਵ ਸਟਰੋਂਗ ਨੰਬਰਸ ਐਜ਼ ਵੈਲ। ਹੁਣ ਵੈਦਰ ਹਜੇ ਵੀ ਠੀਕ ਹੈ, ਲੈਟਸ ਸੀ। ਆਈ ਥਿੰਕ ਨਵੰਬਰ ਮੇ ਹੋਲਡ ਆਊਟ ਐਜ਼ ਵੈਲ, ਕਿਉਂਕਿ ਨੈਕਸਟ ਵੀਕ ਹਜੇ ਵੈਦਰ ਪੋਜ਼ਿਟਿਵ ਆ, ਹਜੇ ਵੀ ਬਿਜ਼ੀ ਹੈ, ਕੰਮ ਚੱਲ ਰਿਹਾ। ਸੋ ਮੇ ਬੀ ਈਵਨ ਐਂਡ ਆਫ ਈਅਰ ਸਟਰੋਂਗ ਹੋ ਜਾਵੇ ਐਡਮਿੰਟਨ ਵਾਸਤੇ। ਸੋ ਉਸ ਤੋਂ ਬਾਅਦ ਦੇਖਾਂਗੇ ਦਸੰਬਰ ਜਨਵਰੀ ਦੇ ਵਿੱਚ, ਚਲੋ ਓਵਰਆਲ ਉਦਾਂ ਹੀ ਸਲੋ ਹੋ ਜਾਂਦਾ, ਪਰ ਰਾਈਟ ਨਾਓ ਇਟਸ ਲੁਕਿੰਗ ਸਟਿਲ ਸਟਰੋਂਗ। ਹਜੇ ਕਾਫੀ ਜਿਵੇਂ ਕਹਿੰਦੇ ਵੀ ਐਕਟੀਵਿਟੀ ਹੈ ਉੱਤੇ, ਚਾਹੇ ਘਰ ਵੇਚਣਾ ਚਾਹੇ ਲੈਣਾ। ਸੋ ਹਜੇ ਬਹੁਤ ਬਿਜ਼ੀ ਚੱਲ ਰਿਹਾ, ਹਜੇ ਬਹੁਤ ਬਿਜ਼ੀ ਚੱਲ ਰਿਹਾ। ਬਿਲਕੁਲ। ਤਾਂ ਤੁਸੀਂ ਫਟਾਫਟ, ਹਲੇ ਵੀ ਬਹੁਤ ਟਾਈਮ ਹੈਗਾ, ਆਪਾਂ ਘਰ ਖਰੀਦਣ ਵੇਚਣ ਦੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ। ਅੱਛਾ ਸਰ, ਆਪਾਂ ਸੋਚਦੇ ਹਾਂ ਵੀ ਇੱਥੇ ਹੁਣ ਘਰ ਖਰੀਦਣ ਵੇਚਣ ਦੀ ਗੱਲ ਕਰਦੇ ਹਾਂ, ਖਰੀਦਣ ਦੀ ਅਗਰ ਆਪਾਂ ਗੱਲ ਕਰੀਏ, ਕਿੰਨੀ ਕੁ ਦੇਰ ਦਾ ਪ੍ਰੋਸੈਸ ਲੱਗਦਾ? ਹੁਣ ਬੰਦਾ ਕੀ ਸੋਚਦਾ ਹੈ, ਕਈ ਦਫਾ ਬੰਦੇ ਨੂੰ ਸੋਚਦਾ ਯਾਰ ਵੀ ਮੈਨੂੰ ਤਾਂ ਜੀ ਚਲੋ ਮੈਂ ਵੇਟ ਕਰਾਂਗਾ, ਮੈਨੂੰ 4 ਮਹੀਨੇ ਲੱਗ ਜਾਣਗੇ, 5 ਮਹੀਨੇ ਲੱਗ ਜਾਣਗੇ। ਇਹਦਾ ਇੱਕ ਪ੍ਰੋਸੈਸ ਅਗਰ ਆਪਾਂ ਦੱਸੀਏ, ਜੇ ਆਪਾਂ ਉਹਨੂੰ ਕੰਡੈਂਸ ਕਰ ਲਈਏ ਪ੍ਰੋਸੈਸ ਨੂੰ ਜੀ, ਮਹੀਨੇ ਤੋਂ 1.5 ਮਹੀਨੇ ਦੇ ਵਿੱਚ ਤੁਹਾਡਾ ਸਾਰਾ ਕੰਮ ਹੋ ਜਾਂਦਾ। ਜੇ ਹੁਣ ਤੁਸੀਂ ਥੋੜਾ ਜਿਹਾ ਮੰਨ ਲਓ ਤੁਹਾਨੂੰ ਮੰਨ ਲਓ ਗਾਈਡੈਂਸ ਦੀ ਲੋੜ ਹੈ, ਤੁਸੀਂ ਨਹੀਂ ਥੋੜਾ ਜਿਹਾ ਮੰਨ ਲਓ ਪੇਪਰ ਵਰਕ ਕੀਤਾ ਹੋਇਆ ਇਨ ਟਰਮਸ ਆਫ ਤੁਹਾਡੀ ਮੋਰਗੇਜ ਨਹੀਂ ਡਨ ਹੋਈ, ਜਾਂ ਤੁਹਾਨੂੰ ਹਜੇ ਸਟਿਲ ਸਰਚਿੰਗ ਵੀ, ਤੁਹਾਨੂੰ ਪਤਾ ਨਹੀਂ ਘਰ ਕਿੱਦਾਂ ਦਾ ਲੈਣਾ, ਜਾਂ ਤੁਹਾਨੂੰ ਹਜੇ ਉਹ ਫਿਗਰ ਆਊਟ ਕਰਨਾ, ਫਿਰ ਤੁਹਾਨੂੰ ਮੰਨ ਲਓ 2 ਮਹੀਨੇ ਵੀ ਲੱਗ ਸਕਦੇ ਆ, 3 ਮਹੀਨੇ ਵੀ ਲੱਗ ਸਕਦੇ ਆ। ਪਰ ਜੇ ਆਪਾਂ ਉਹਨੂੰ ਕੰਡੈਂਸ ਕਰਦੀ ਪ੍ਰੋਬਲਮ, ਜੇ ਆਪਾਂ ਸ਼ੁਰੂ ਕਰੀਏ, ਤੁਹਾਡੀ ਮੋਰਗੇਜ ਪ੍ਰੀ ਅਪਰੂਵ ਆ, ਸਿਰਫ ਉਹ ਟਾਈਮ ਘਰ ਦਾ ਤੁਹਾਡਾ ਮੰਨ ਲਓ ਡੀਲ ਤੁਹਾਡੀ ਡਨ ਹੋ ਜਾਣੀ ਹੈ 2 ਤੋਂ 3 ਹਫ਼ਤਿਆਂ ਦੇ ਵਿੱਚ। ਇਟਸ ਜਸਟ ਮੈਟਰ ਆਫ ਟੇਕਿੰਗ ਦ ਪੋਜੈਸ਼ਨ, ਕਿਉਂਕਿ ਬੈਂਕ ਕੋਲੋਂ ਫੰਡਿੰਗ ਆਣੀ ਆ, ਲੋਅਰਸ ਨੇ ਪੇਪਰ ਡਨ ਕਰਨੇ ਨੇ, ਫਿਰ ਰਜਿਸਟ੍ਰੇਸ਼ਨ ਹੋਣੀ ਹੈ ਆਪਣੀ ਲੈਂਡ ਟਾਈਟਲ ਦੀ, ਉਹ ਥੋੜਾ ਜਿਹਾ 2-3 ਹਫ਼ਤੇ ਬਾਅਦ ਚ ਲੱਗ ਜਾਂਦੇ ਨੇ। ਪਰ ਜੇ ਆਪਾਂ ਦੇਖੀਏ ਇਨ ਟਰਮਸ ਆਫ ਵੀ ਆਪਾਂ ਅੱਜ ਸ਼ੁਰੂ ਕੀਤਾ, ਮੋਰਗੇਜ ਆਪਣੀ ਡਨ ਆ, ਆਪਾਂ ਘਰ ਪਸੰਦ ਕਰ ਲਿਆ, ਵਿਦਿਨ ਅ ਵੀਕ ਜਾਂ 2 ਹਫ਼ਤਿਆਂ ਦੇ ਵਿੱਚ ਆਪਣਾ ਉਹ ਕੰਮ ਤਾਂ 3-4 ਹਫ਼ਤਿਆਂ ਚ ਡਨ ਹੋ ਜਾਂਦਾ। ਉਹ ਤਾਂ ਪੋਜੈਸ਼ਨ ਹੈ ਜਿਹੜੀ 2-3 ਹਫ਼ਤੇ ਉਸ ਟਾਈਮ ਨੂੰ ਲੱਗ ਜਾਂਦੇ ਨੇ, ਨਹੀਂ ਤਾਂ ਮਹੀਨੇ ਦੇ ਵਿੱਚ ਆਪਣਾ ਜੇ ਆਪਾਂ ਸ਼ੁਰੂ ਕਰੀਏ ਰਿਗਰਸਲੀ ਵੀ ਹਾਂ ਆਪਾਂ ਲੈਣਾ, ਤੇ ਉਹ ਮਹੀਨੇ ਦੇ ਵਿੱਚ 3 ਹਫ਼ਤਿਆਂ ਦੇ ਵਿੱਚ ਆਪਣਾ ਪ੍ਰੋਸੈਸ ਡਨ ਹੋ ਸਕਦਾ। ਓਕੇ। ਮਤਲਬ ਕਿ ਇਹਦੇ ਵਿੱਚ ਜ਼ਿਆਦਾ ਲੰਬਾ ਪ੍ਰੋਸੈਸ ਨਹੀਂ ਹੁੰਦਾ। ਕਈ ਦਫਾ ਸੋਚਦੇ ਨੇ ਵੀ ਇੰਨਾ ਲੰਬਾ, ਇੱਥੇ ਤਾਂ ਘਰ ਬਣਦੇ ਨੇ ਬੜੀ ਛੇਤੀ ਸਪੀਡ ਦੇ ਵਿੱਚ ਘਰ ਤਿਆਰ ਹੋ ਜਾਂਦੇ ਨੇ। ਹੁਣ ਸਰ ਆਨੇ ਆਪਾਂ ਸੈਲਰਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ? ਕਿਉਂਕਿ ਹੁਣ ਜੇਕਰ ਕੋਈ ਸੈਲਰ ਹੋਏਗਾ, ਅਗਲਾ ਕਹੇਗਾ ਵੀ ਹੁਣ ਵਿੰਟਰਸ ਆ ਰਹੀਆਂ ਨੇ, ਹੁਣ ਵੇਚਣ ਦੀ ਬਜਾਏ ਰੁਕ ਜਾਈਏ, ਥੋੜਾ ਜਿਹਾ ਰੈਂਟ ਤੇ ਦੇ ਦਈਏ। ਇੱਕ ਬੰਦਿਆਂ ਦੇ ਕੁਐਸਚਨਸ ਹੈਗੇ ਨੇ, ਇਹਨਾਂ ਸੈਲਰਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਕੋਈ ਟਾਈਮ ਗਲਤ ਨਹੀਂ ਹੁੰਦਾ ਹੈਗਾ ਕੋਈ ਵੀ ਕੰਮ ਕਰਨ ਦਾ। ਹੁਣ ਜੇ ਤੁਹਾਨੂੰ ਰਾਈਟ ਨਾਓ ਤੁਹਾਡਾ ਪ੍ਰਮੋਸ਼ਨ ਹੋ ਗਿਆ, ਜਾਂ ਤੁਸੀਂ ਮੂਵ ਕਰ ਰਹੇ ਹੋ ਕਿਸੇ ਹੋਰ ਸਿਟੀ 'ਚ, ਤੁਹਾਡੀ ਮਜਬੂਰੀ ਹੈ ਤੁਸੀਂ ਘਰ ਵੇਚਣਾ। ਪਰ ਜਾਂ ਤੁਸੀਂ ਹੁਣ ਮੰਨ ਲਓ ਤੁਹਾਨੂੰ ਇਹ ਵੀ ਅਸੀਂ ਹੁਣ ਪ੍ਰਮੋਸ਼ਨ ਹੋ ਗਿਆ, ਅਸੀਂ ਵੱਡਾ ਘਰ ਅਫੋਰਡ ਕਰ ਸਕਦੇ ਹਾਂ, ਅਸੀਂ ਲੈ ਸਕਦੇ ਹਾਂ, ਆਪਾਂ ਛੋਟਾ ਘਰ ਵੇਚਦੀ ਆਪਾਂ ਲੈਣਾ ਵਾ। ਸੋ ਉਹਦੇ 'ਚ ਕੋਈ ਇਹ ਨਹੀਂ ਹੈਗਾ ਵੀ ਅੱਜ ਦਸੰਬਰ ਆ ਗਿਆ ਜਾਂ ਨਵੰਬਰ ਆ ਗਿਆ। ਸਗੋਂ ਵਧੀਆ ਗੱਲ ਹੈ, ਕਿਉਂਕਿ ਉੱਥੇ ਮਾਰਕੀਟ ਦੇ ਵਿੱਚ ਜੇ ਤੁਸੀਂ ਦੇਖੋ ਬਾਹਰ ਤਾਂ ਤੁਰ ਹੀ ਫਿਰਦੇ ਨੇ। ਹੁਣ ਲਿਸਟਿੰਗਾਂ ਘੱਟ ਨੇ ਨਵੰਬਰ ਦਸੰਬਰ ਦੇ ਵਿੱਚ, ਸੋ ਮੇਬੀ ਤੁਹਾਡੀ ਜਿਵੇਂ ਕਹਿੰਦਾ ਘਰ ਤੁਹਾਡਾ ਪ੍ਰੋਪਰਟੀ ਛੇਤੀ ਵਿਕ ਜਾਏਗੀ ਜੀ, ਕਿਉਂਕਿ ਉਹਦੇ 'ਚ ਇਨਵੈਂਟੋਰੀ ਘੱਟ ਆ, ਲੋਕੀ ਘੱਟ ਵੇਚਦੇ ਨੇ। ਪਰ ਜੇ ਹੁਣ ਤੁਸੀਂ ਵਧੀਆ ਪ੍ਰੈਜੈਂਟੇਸ਼ਨ ਵਧੀਆ ਪ੍ਰਾਈਸ ਦੇ ਉਹਨੂੰ ਘਰ ਨਵੰਬਰ ਦਸੰਬਰ ਚ ਲਾਓਗੇ, ਕੰਪੀਟੀਸ਼ਨ ਘੱਟ ਹੋਏਗਾ ਤੁਹਾਡਾ, ਸੋ ਛੇਤੀ ਵਿਕ ਜਾਣਾ। ਸੋ ਇਹ ਵੀ ਇੱਕ ਪਹਿਲੂ ਤੁਹਾਨੂੰ ਚਿੱਤੇ ਰੱਖਣਾ ਪਏਗਾ ਵੀ ਹਾਂਜੀ, ਸ਼ਾਇਦ ਜੇ ਆਪਾਂ ਨਵੰਬਰ ਦਸੰਬਰ ਦੇ ਵਿੱਚ ਜਾਂ ਇਵਨ ਜਨਵਰੀ ਦੇ ਵਿੱਚ ਲਿਸਟ ਕਰਦੇ ਹਾਂ, ਘਰ ਵਿਕਦੇ ਨੇ, ਰੀਅਲ ਸਟੇਟ ਇਜ਼ ਬਿਜ਼ੀ। ਕਿਉਂਕਿ ਜਿਹੜੇ ਬੰਦੇ ਨੇ ਜਦੋਂ ਘਰ ਲੈਣਾ, ਚਾਹੇ ਉਹਨਾਂ ਨੇ ਵਿਆਹ ਕਰਾ ਲਿਆ, ਚਾਹੇ ਉਹਨਾਂ ਨੇ ਬੇਬੀ ਹੋ ਗਿਆ, ਜਾਂ ਕੋਈ ਵੀ ਲਾਈਫ ਚੇਂਜਿੰਗ ਆਪਣੇ ਜਿਵੇਂ ਕਹਿੰਦੇ ਇਵੈਂਟਸ ਕਰਨਾ, ਕਿਸੇ ਨੇ ਮੂਵ ਕਰਨਾ, ਸ਼ਿਫਟ ਕਰਨਾ, ਇਵੈਂਟਸ ਹੁੰਦੇ ਰਹਿੰਦੇ ਨੇ ਆਪਣੀ ਲਾਈਫ ਚੇਂਜਿੰਗ ਫੈਮਿਲੀਜ਼ ਦੇ ਵਿੱਚ। ਸੋ ਉਹ ਹੁਣ ਜੇ ਹੋ ਗਿਆ, ਉਹਦੇ ਚ ਕੋਈ ਏਡਾ ਨਹੀਂ ਹੈਗਾ ਵੀ ਹੁਣ ਜੀ ਬਸ ਸਾਰਾ ਕੁਝ ਬੰਦ ਹੋ ਗਿਆ ਨਵੰਬਰ ਦਸੰਬਰ ਦੇ ਵਿੱਚ ਤਾਂ ਘਰ ਵਿਕਣੇ ਨਹੀਂਗੇ। ਐਬਸੋਲੂਟਲੀ ਰੋਂਗ। ਉਹ ਤੁਸੀਂ ਮੈਂ ਤਾਂ ਕਹਿਣਾ ਵੀ ਵਧੀਆ ਚੀਜ਼ ਆ, ਕੰਪੀਟੀਸ਼ਨ ਘਟਿਆ ਹੁੰਦਾ, ਇਨਵੈਂਟੋਰੀ ਘੱਟ ਹੁੰਦੀ ਆ, ਵਧੀਆ ਪ੍ਰੈਜੈਂਟੇਸ਼ਨ ਕਰਕੇ ਘਰ ਲਓ, ਤੁਹਾਡਾ ਘਰ ਵਧੀਆ ਪ੍ਰਾਈਸ ਵਿਕ ਜਾਣਾ, ਐਂਡ ਯੂ ਕੈਨ ਬੀ ਸਿਲੈਕਟਿਵ ਇਨ ਸੈਲਿੰਗ ਯੋਰ ਹਾਊਸ ਵੀ ਹਾਂ ਠੀਕ ਆ, ਵਧੀਆ ਪ੍ਰਾਈਸ ਤੇ ਆਪਾਂ ਵੇਚ ਸਕਦੇ ਹਾਂ ਇਹਨਾਂ ਮਹੀਨਿਆਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ। ਜੀ ਬਿਲਕੁਲ, ਕਿਉਂਕਿ ਉਹਦਾ ਜਿਹੜੀ ਹੈਗੀ ਹੈ ਕੰਸਟਰਕਸ਼ਨ ਜਿਹੜੀ ਹੈਗੀ ਹੈ ਇੱਥੇ 12 ਮਹੀਨੇ ਚੱਲਦੀ ਰਹਿੰਦੀ ਆ, ਉਹਦੇ ਵਿੱਚ ਕੋਈ ਰੋਕ ਨਹੀਂ ਹੁੰਦੀ। ਆਪਾਂ ਦੇਖਦੇ ਹਾਂ ਜਿਹੜੇ ਬੰਦੇ ਉਰੇ ਰਹਿ ਰਹੇ ਨੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਇਹ ਚੀਜ਼ ਦੇਖਣ ਦੇ ਵਿੱਚ ਹੈਗੀ ਵੀ ਜਦੋਂ ਸਟਾਰਟਿੰਗ ਦੇ ਵਿੱਚ ਹੁੰਦਾ ਵੀ ਸਰਦੀਆਂ ਦੇ ਵਿੱਚ ਸ਼ਾਇਦ ਕੰਮ ਘੱਟ ਜਾਂਦਾ। ਕੰਮ ਇਨ ਦਾ ਸੈਂਸ ਉਹ ਹੈ ਵੀ ਜਿਵੇਂ ਹਰ ਇੱਕ ਬੰਦਾ ਬਾਹਰ ਤੁਰੀ ਫਿਰਦਾ, ਉਹਦੇ ਤੋਂ ਥੋੜਾ ਜਿਹਾ ਹੋ ਜਾਂਦਾ ਜਿਹੜਾ ਕੰਮ ਕਰ ਰਿਹਾ ਹੈ ਹਰ ਇੱਕ ਬੰਦਾ ਕੰਮ ਦਾ ਕਰ ਹੀ ਰਿਹਾ ਉਹਦੇ ਲਈ। ਮਤਲਬ ਕਿ ਕੋਈ ਏਦਾਂ ਨਹੀਂ ਹੈ ਵੀ ਕੋਈ ਬੰਦਾ ਘਰੇ ਦੁਬਕ ਕੇ ਬੈਠ ਜਾਂਦੇ ਨੇ 2 ਮਹੀਨੇ ਲਈ ਜਾਂ 4 ਮਹੀਨੇ ਲਈ, ਕੰਮ ਐਜ਼ ਇਟ ਇਜ਼ ਚੱਲਦਾ ਰਹਿੰਦਾ। ਤੇ ਸੈਲਰਸ ਨੂੰ ਤੁਸੀਂ ਕੀ ਆਪਣੀ ਉਹਨਾਂ ਨੂੰ ਕੀ ਏਦਾਂ ਦੀ USP ਬਣਾਉਣੀ ਚਾਹੀਦੀ ਹੈ ਵੀ ਉਹ ਘਰ ਜਿਹੜਾ ਹੈਗਾ ਉਹਨਾਂ ਦਾ ਇੱਕ, ਜਿਵੇਂ ਅੱਜ ਕੱਲ ਦੇਖਦੇ ਆ ਵੀ ਬੜੇ ਦਿਨੋਂ ਦਿਨੀ ਘਰ ਵਿਕ ਰਹੇ ਨੇ, ਉਹਦੇ ਉੱਤੇ ਮਤਲਬ ਕਿ ਕੋਈ ਬਾਇਰ ਆਵੇ ਉਹਦੇ ਲਈ ਤਾਂ ਉਹ ਬਾਇਰ ਅਟਰੈਕਟ ਹੋਵੇ, ਕੀ USP ਉਹਨਾਂ ਨੂੰ ਚਾਹੁੰਦੇ ਹੋ ਤੁਸੀਂ ਵੀ ਉਹ ਤਿਆਰ ਰੱਖਣਾ? ਇਟਸ ਆਲ ਅਬਾਊਟ ਮਾਰਕੀਟਿੰਗ। ਜਦੋਂ ਹੁਣ ਅਸੀਂ ਘਰ ਲਿਸਟ ਕਰਨਾ, ਉਹਨੂੰ ਕਿੱਥੇ ਮਾਰਕੀਟ ਕਰਨਾ, ਕਿੱਦਾਂ ਮਾਰਕੀਟ ਕਰਨਾ। ਹੁਣ ਜੇ ਘਰ ਦੀਆਂ ਸ਼ਿੰਗਲਾਂ ਚੇਂਜ ਕੀਤੀਆਂ ਹੋਈਆਂ ਨੇ, ਜਾਂ ਉਹਦੇ ਚ ਕੋਈ ਵੀ ਅਪਗ੍ਰੇਡਸ ਕੀਤੀ ਹੋਈ ਹੈ, ਕਿਚਨ ਜਾਂ ਉਹ ਚ ਕੋਈ ਫਲੋਰਿੰਗ ਚੇਂਜ ਕੀਤੀ ਹੈ, ਉਹ ਚ ਪੇਂਟ ਕੀਤਾ ਹੋਇਆ, ਜਾਂ ਉਹਦੇ ਚ ਕੋਈ ਫਰਨਸ ਜਾਂ ਵਾਟਰ ਟੈਂਕ, ਕੋਈ ਵੀ ਚੀਜ਼ਾਂ ਨਵੀਆਂ
ਲੱਗੀਆਂ ਹੋਈਆਂ ਨੇ, ਆਪਾਂ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਉਹਦੀ ਪ੍ਰਾਈਸ ਕੰਪੈਰੀਟਿਵ ਰੱਖ ਕੇ ਮਾਰਕੀਟ ਸਾਹਮਣੇ ਜੋ ਚੀਜ਼ਾਂ ਵਿਕ ਰਹੀਆਂ ਨੇ ਲਿਸਟ ਕਰ ਲਓ। ਤੁਸੀਂ ਜਿੰਨੇ ਦਾ ਮਰਜ਼ੀ ਲਿਸਟ ਕਰ ਦਿਓ, ਬਟ ਇਟਸ ਨਾਟ ਗੋਇੰ ਟੂ ਸੈਲ। ਜੋ ਚੀਜ਼ਾਂ ਵਿਕੀਆਂ ਨੇ ਉਹਦੇ ਕੰਪੈਰੀਟਿਵਲੀ ਮਾਰਕੀਟ ਪ੍ਰਾਈਸ ਰੱਖ ਕੇ ਤੇ ਉਹਨੂੰ ਉਹਦੀ ਯੂਨੀਕ ਮੰਨ ਲਓ ਮਾਰਕੀਟਿੰਗ ਬਣਾ ਕੇ ਵੀ ਹਾਂਜੀ ਇਹਦੀ ਸੈਪਰੇਟ ਐਂਟਰੈਂਸ ਹੈ, ਜਾਂ ਇਹਦੀਆਂ ਸ਼ਿੰਗਲਸ ਚੇਂਜ ਹੋ ਚੁੱਕੀਆਂ ਨੇ, ਜਾਂ ਇਹਦਾ ਪੇਂਟ ਹੋ ਚੁੱਕਿਆ, ਜਾਂ ਫੁੱਲੀ ਰੈਨੋਵੇਟਡ ਆ, ਜਾਂ ਵੈਲ ਮੇਨਟੇਨਡ ਆ, ਉਸ ਹਿਸਾਬ ਨਾਲ ਮਾਰਕੀਟ ਕਰਕੇ ਉਦਾਂ ਦੀ ਆਡੀਅנס ਨੂੰ ਟਾਰਗੇਟ ਕਰਕੇ ਉਹ ਘਰ ਆਪਾਂ ਮੰਨ ਲਓ ਵੇਚੀਦਾ। ਤੇ ਜੇ ਤੁਸੀਂ ਘਰ ਨੂੰ ਵੇਚਣ ਬਾਰੇ ਸੋਚ ਰਹੇ ਹੋ, ਚਲੋ ਤੁਸੀਂ ਸੋਚਿਆ ਵੀ ਵਿੰਟਰ 'ਚ ਨਹੀਂ ਮੂਵ ਹੋਣਾ ਹੈਗਾ, ਤਾਂ ਪ੍ਰੋਸੈਸ ਤੁਸੀਂ ਅੱਜ ਤੋਂ ਸੋਚਣਾ ਸ਼ੁਰੂ ਕਰ ਦਿਓ ਵੀ ਅਸੀਂ ਇਹਨੂੰ ਫਰਵਰੀ 'ਚ ਜਾਂ ਮਾਰਚ ਜਾਂ ਅਪ੍ਰੈਲ 'ਚ ਇਹਨੂੰ ਲਿਸਟ ਕਰਨਾ। ਹਾਂਜੀ ਆਪਾਂ ਘਰ ਨੂੰ ਡੀਕਲਟਰ ਕਰ ਲਈਏ, ਜਾਂ ਆਪਾਂ ਇਹਨੂੰ ਥੋੜੀ ਜਿਹੀ ਰੈਨੋਵੇਸ਼ਨ ਕਰ ਲਈਏ, ਜਾਂ ਆਪਾਂ ਇਹਦੀ ਕਾਰਪੇਟ ਚੇਂਜ ਕਰ ਦਈਏ, ਜਾਂ ਆਪਾਂ ਇਹਦੀ ਫਲੋਰਿੰਗ ਕਰ ਦਈਏ, ਜਾਂ ਪੇਂਟ। ਉਹ ਚੀਜ਼ਾਂ ਨੂੰ ਥੋੜਾ ਜਿਹਾ ਹੁਣ ਤੋਂ ਪ੍ਰੋਸੈਸ ਸ਼ੁਰੂ ਕਰ ਦਿਓ, ਮੀਟਿੰਗ ਸੈਟਅਪ ਕਰ ਲਓ, ਮੈਂ ਤੁਹਾਨੂੰ ਗਾਈਡੈਂਸ ਕਰ ਸਕਦਾ ਵੀ ਹਾਂ ਆਹ ਚੀਜ਼ ਨੂੰ ਇਦਾਂ ਕਰ ਦਿਓ, ਕਰ ਦਿਓ। ਤੇ ਜਦ ਤੱਕ ਆਪਾਂ ਮੰਨ ਲਓ ਜੇ ਤੁਸੀਂ ਫਰਵਰੀ ਮਾਰਚ ਜਾਂ ਤੁਸੀਂ ਥੋੜਾ ਜਿਹਾ ਨਹੀਂ ਚਾਹੁੰਦੇ ਵਿੰਟਰ 'ਚ ਮੂਵ ਹੋਣਾ, ਆਪਾਂ ਉਦੋਂ ਵਾਲੇ ਟਾਈਮ ਤੱਕ ਉਹਨੂੰ ਘਰ ਨੂੰ ਰੈਡੀ ਕਰ ਦਈਏ, ਤਾਂ ਕਿ ਜਦੋਂ ਤੁਹਾਡਾ ਘਰ ਮਾਰਕੀਟ ਤੇ ਆਵੇ ਰੈਡੀ ਟੂ ਗੋ ਐਂਡ ਇਟ ਸੈਲਸ ਫॉर ਅ ਕੁਇਕ ਟਾਈਮ। ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਭਾਜੀ ਇੰਨਾ ਵਧੀਆ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਦੋਸਤੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੈਸਟ ਲਿਸਟਿੰਗ ਦੇ ਬਾਰੇ ਸਰਚ ਕਰਨਾ ਚਾਹੁੰਦੇ ਹੋ ਤਾਂ ਇੱਕ ਦਫਾ ਜ਼ਰੂਰ ਨੈਮ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ। ਇਹ ਸ਼ੋਅ ਨੂੰ ਜੇਕਰ ਸਾਡੇ ਨਵੇਂ ਕਲਾਇੰਟ ਵਿਊਅਰਸ ਜੁੜੇ ਨੇ ਉਹ ਸ਼ੁਰੂ ਤੋਂ ਦੇਖਣ, ਤਾਂ ਕਿ ਸਟਾਰਟਿੰਗ ਦੇ ਵਿੱਚ ਅਸੀਂ ਲਿਸਟਿੰਗ ਦੇ ਬਾਰੇ ਗੱਲਬਾਤ ਕੀਤੀ ਹੈ। ਫੋਨ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਸਕਦੇ ਹੋ 7802671300 780-267-1300 ਦੇ ਉੱਤੇ ਨੈਮ ਕੁਲਾਰ ਜੀ ਨੂੰ ਜੇਕਰ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਕਰ ਸਕਦੇ ਹੋ, ਉਹਨਾਂ ਨੂੰ ਆ ਕੇ ਮਿਲ ਸਕਦੇ ਹੋ, ਅਪਾਇੰਟਮੈਂਟ ਲੈ ਸਕਦੇ ਹੋ। ਤੁਸੀਂ ਕੋਈ ਵੀ ਆਪਣਾ ਘਰ ਖਰੀਦਣਾ ਚਾਹੁੰਦੇ ਹੋ, ਕੋਈ ਵੀ ਘਰ ਵੇਚਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੀ ਡੀਲ ਦੇ ਲਈ ਅੱਜ ਦੇ ਪ੍ਰੋਗਰਾਮ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ। ਕੱਲ ਨੂੰ ਇਸੇ ਸਮੇਂ ਇਸੇ ਚੈਨਲ ਤੇ ਫਿਰ ਹਾਜ਼ਰ ਹੋਵਾਂਗਾ। ਕੱਲ ਨੂੰ ਆਪਾਂ ਗੱਲਬਾਤ ਕਰਾਂਗੇ ਸਪੈਸ਼ਲੀ ਜਿਹੜੀ ਇੰਸ਼ੋਰੈਂਸ ਇੰਡਸਟਰੀ ਦੇ ਉੱਤੇ ਗੱਲਬਾਤ ਕਰਦੇ ਹੁੰਦੇ ਆ। ਤੇ ਅੱਜ ਆਪਾਂ ਇੱਥੇ ਖਤਮ ਕਰਦੇ ਹਾਂ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।